ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਅਸੀਂ ਇਸ ਲੜੀ ਦੇ ਤਹਿਤ ਦਵਿੰਦਰ ਦਮਨ ਹੁਰਾ ਦਾ ਨਾਟਕ ਸੂਰਜ ਦਾ ਕਤਲ ਦਾ ਨਾਟਕੀ ਪਾਠ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ। ਦੋਸਤੋ, ਜਿਸ ਨਾਟਕ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਇਸ ਦਾ ਨਾਮ ਹੈ ਸੂਰਜ ਦਾ ਕਤਲ। ਨਾਟਕ ਬਾਰੇ ਗੱਲ ਕਰਨ ਤੋਂ ਪਹਿਲਾਂ ਆਓ ਸੁਣੀਏ ਇਸ ਦਾ ਆਰੰਭਕ ਗੀਤ। ਹਨੇਰੇ ਵਿੱਚ ਬੈਠੇ ਲੋਕੋ, ਭਾਵੇਂ ਆਪਣੀ ਅੱਖੀਂ ਵੇਖੋ, ਭਾਵੇਂ ਸੁਣੋ ਸਾਡੀ ਜ਼ੁਬਾਨੀ। ਸੂਰਜ ਤੋਂ ਇਹ ਵਿਰਵੇ ਲੋਕੋ, ਸੂਰਜ ਦੇ ਲੱਭਣ ਤੋਂ ਲੈ ਕੇ ਸੂਰਜ ਖੋਣ ਦੀ ਇੱਕ ਕਹਾਣੀ। ਹਰ ਪਾਸੇ ਸੀ ਘੁੱਪ ਹਨੇਰਾ, ਜਿਉਂ ਗੁਰਬਿਨ ਘੋਰ ਅੰਧਾਰਾ। ਕਿਉਂ ਕੂਟਾਂ ਵਿੱਚ ਕਾਲਖ ਪਸਰੀ, ਚਾਨਣ ਦਾ ਨਾ ਕੋਈ ਚਾਰਾ। ਕਦੀ ਕਦੀ ਤਲਵਾਰ ਜ਼ੁਲਮ ਦੀ ਪਰ ਲਿਸ਼ਕਾਰਾ ਪਾ ਜਾਂਦੀ ਸੀ। ਕਈ ਮੰਦਰਾਂ ਨੂੰ ਢੇਰੀ ਕਰਦੀ, ਕਈ ਮਜ਼ਲੂਮ ਸਵਾ ਜਾਂਦੀ ਸੀ। ਜਿਸ ਜੀਣਾ ਹੈ ਇਦਾਂ ਜੀਵੇ, ਜ਼ੁਲਮ ਆਪਣਾ ਹੁਕਮ ਸੁਣਾਏ। ਹਰ ਕੋਈ ਆਪਣਾ ਜੰਜੂ ਤੋੜੇ, ਮੱਥੇ ਤੇ ਨਾ ਤਿਲਕ ਲਗਾਏ। ਕਰਨੀ ਚਾਹੇ ਜੋ ਬੁੱਤ ਪੂਜਾ, ਟੱਲੀਆਂ ਸੰਖ ਵਜਾਉਣਾ ਚਾਵੇ। ਜਾਂ ਉਸ ਜ਼ੁਲਮ ਨੂੰ ਜਜ਼ੀਆ ਦੇਵੇ, ਜਾਂ ਲਹੂ ਆਪਣੇ ਸੰਗ ਨਹਾਵੇ। ਉਦਾਂ ਇਸ ਨਗਰੀ ਦੇ ਹਾਕਮ ਖੁਦਾਵੰਦ ਸੁਣੀਂਦੇ, ਗਿਰਜਾਂ ਵਾਂਗਰ ਮਾਸ ਨੋਚਦੇ, ਰਤ ਲੋਕਾਂ ਦੀ ਪੀਂਦੇ। ਜ਼ੁਲਮ ਰਾਜੇ ਦੀ ਕਾਲੀ ਨਗਰੀ, ਹਰ ਪਾਸੇ ਸੀ ਹੰਝੂ ਹਾਵੇ। ਸ਼ਾਲਾ ਕੋਈ ਸੂਰਜ ਉੱਗੇ, ਜੋ ਇਸ ਨਗਰੀ ਨੂੰ ਰੁਸ਼ਨਾਵੇ। ਖੂਨੀ ਹੱਥ ਜ਼ੁਲਮ ਦਾ ਫੜ ਲੈ, ਭਾਵੇਂ ਆਪਣਾ ਸੀਸ ਕਟਾਵੇ। ਏਦਾਂ ਆਪਣੀਆਂ ਕਿਰਨਾਂ ਵੰਡੇ, ਉਸ ਨਗਰੀ ਦੀ ਧੁੰਦ ਹਟਾਵੇ। ਐਪਰ ਐਸਾ ਸੂਰਜ ਨਜ਼ਰ ਨਾ ਆਵੇ, ਜੋ ਕੋਈ ਆਪਣੀ ਕਿਰਨ ਲੁਟਾਏ। ਇਸ ਨਗਰੀ ਵਿੱਚ ਐਸਾ ਸੂਰਜ ਨਜ਼ਰ ਨਾ ਆਏ, ਨਜ਼ਰ ਨਾ ਆਏ। ਕਿਸ ਨਗਰੀ ਦੀ ਗੱਲ ਕਰਦੇ ਹੋ? ਮੈਂ ਵੀ ਸੁਣਾ। ਕਿਸ ਰਾਜੇ ਦੀ ਗੱਲ ਕਰਦੇ ਹੋ? ਮੈਂ ਵੀ ਸੁਣਾ। ਜੋ ਕਦੀ ਸੋਨੇ ਦੀ ਚਿੜੀਆ ਨਗਰੀ ਸੀ ਕਹਿਲਾਈ, ਉਸ ਨਗਰੀ ਦੀ ਇਹ ਗਾਥਾ ਅਸੀਂ ਸੁਣਾਉਂਦੇ ਭਾਈ। ਤੇ ਰਾਜਾ? ਰਾਜਾ ਲੋਕਾਂ ਲਈ ਉਹਦਾ ਨਾਂ ਜ਼ੁਲਮ ਖੁਦ ਆਲਮਗੀਰ ਸੀ ਕਹਿੰਦਾ, ਜਿਸ ਦੀਆਂ ਨਾੜਾਂ ਅੰਦਰ ਹਰਦਮ ਤੈਮੂਰ ਅਤੇ ਚੰਗੇਜ਼ ਖਾਨ ਦਾ ਭਿਆਨਕ ਰਤ ਸੀ ਵਹਿੰਦਾ। ਭਾਈਆਂ ਦੇ ਉਸ ਟੁਕੜੇ ਕੀਤੇ ਬਾਬਲ ਜੇਲੀ ਪਾਇਆ, ਏਦਾਂ ਬਾਬਰ ਦੀ ਗੱਦੀ ਤੇ ਵਾਰਸ ਬਣ ਕੇ ਆਇਆ। ਜ਼ੁਲਮ ਕਿਤੇ ਨਾ ਹੋ ਜਾਏ ਨੰਗਾ, ਆਪਣਾ ਆਪ ਲੁਕਾਇਆ। ਰਤ ਲਿਬੜੇ ਹੱਥੀ ਤਸਬੀਹ ਫੜ ਲਈ, ਮਜ਼ਹਬ ਦਾ ਚੋਲਾ ਪਾਇਆ। ਇਸ ਤਰ੍ਹਾਂ ਉਸ ਮਜਬੀ ਰਾਜੇ ਕਹਿਰ ਲੋਕਾਂ ਤੇ ਢਾਇਆ। ਉਸ ਦੇ ਨਾਂ ਤੇ ਜ਼ੁਲਮ ਦੇ ਨਾਂ ਵਿੱਚ ਫਰਕ ਕਿਸੇ ਨਾ ਪਾਇਆ। ਗੱਲ ਤੁਹਾਡੀ ਮੈਂ ਸਮਝਿਆ, ਤੁਸਾਂ ਜੋ ਕਹਿ ਸੁਣਾਈ। ਕਿਉਂ ਨਹੀਂ ਕਹਿੰਦੇ ਔਰੰਗਜ਼ੇਬ ਸੀ, ਐਵੇਂ ਕਹਾਣੀ ਪਾਈ। ਹੌਲੀ ਬੋਲ, ਹੌਲੀ ਬੋਲ, ਜਦ ਖੁੱਲਦੇ ਰਾਜੇ ਦੇ ਫੋਲ। ਉਸ ਦਾ ਜਾਏ ਸਿੰਘਾਸਨ ਡੋਲ, ਹੌਲੀ ਬੋਲ, ਹੌਲੀ ਬੋਲ। ਪੋਲ ਖੋਲਣ ਵਾਲੇ ਨੂੰ ਉਹ ਆਰੇ ਨਾਲ ਚਰਾ ਸਕਦਾ ਹੈ, ਤਵੀਆਂ ਉੱਤੇ ਬਿਠਾ ਸਕਦਾ ਹੈ, ਦੇਗੇ ਵਿੱਚ ਸਟਵਾ ਸਕਦਾ ਹੈ। ਚੱਟ ਜਲਾਦਾਂ ਨੂੰ ਸਦਵਾ ਕੇ ਖੋਪਰੀਆਂ ਲਵਾ ਸਕਦਾ ਹੈ। ਤੇਰੇ ਜਿਸਮ ਦੇ ਟੋਟੇ ਕਰਕੇ ਕੁੱਤਿਆਂ ਅੱਗੇ ਪਾ ਸਕਦਾ ਹੈ। ਔਰੰਗਜ਼ੇਬ? ਉਹ ਡਰਪੋਕੋ ਜਿਉਂਦਿਓ ਲੋਥੋ, ਕੁਝ ਤਾਂ ਸਮਝੋ ਕੁਝ ਤਾਂ ਸੋਚੋ। ਔਰੰਗਜ਼ੇਬ ਤਾਂ ਤੁਹਾਡੇ ਸਿਰ ਦੀਆਂ ਜੂਆਂ ਹਨ, ਜੋ ਤੁਹਾਡੀ ਲਾਪਰਵਾਹੀ ਕਾਰਨ ਤੁਹਾਡੇ ਸਿਰ ਵਿੱਚ ਜੰਮ ਪਈਆਂ ਹਨ। ਤੇ ਰੱਤ ਤੁਹਾਡੀ ਉਦੋਂ ਤੱਕ ਇਹ ਚੂਸਦੀਆਂ ਹੀ ਰਹਿਣਗੀਆਂ, ਜਦੋਂ ਤੱਕ ਤੁਸੀਂ ਕੰਘਾ ਲੈ ਕੇ ਵਾਲ ਆਪਣੇ ਵਾਹ ਨਹੀਂ ਸੁੱਟਦੇ। ਉਹ ਡਰਪੋਕੋ ਜਿਉਂਦਿਓ ਲੋਥੋ, ਕੁਝ ਤਾਂ ਸਮਝੋ ਕੁਝ ਤਾਂ ਸੋਚੋ। ਔਰੰਗਜ਼ੇਬ ਕਿਸੇ ਜ਼ੁਲਮ ਦਾ ਨਾਂ ਨਹੀਂ, ਔਰੰਗਜ਼ੇਬ ਤਾਂ ਤੁਹਾਡੀ ਸੋਚ ਤੇ ਉੱਗੀ ਕਾਹੀ ਹੈ, ਜਾਂ ਅਕਲ ਤੇ ਜੰਮੀ ਉੱਲੀ ਹੈ, ਜਾਂ ਤੁਹਾਡੇ ਮਨ ਦੇ ਹਨੇਰੇ ਅੰਦਰ ਪਨਪ ਰਿਹਾ ਇੱਕ ਕੀੜਾ ਹੈ। ਔਰੰਗਜ਼ੇਬ, ਉਹ ਡਰਪੋਕੋ ਜਿਉਂਦਿਓ ਲੋਥੋ, ਕੁਝ ਤਾਂ ਸਮਝੋ ਕੁਝ ਤਾਂ ਸੋਚੋ। ਔਰੰਗਜ਼ੇਬ ਕਿਸੇ ਜ਼ੁਲਮ ਦਾ ਨਾਂ ਨਹੀਂ, ਔਰੰਗਜ਼ੇਬ ਤਾਂ ਜ਼ਾਲਮ ਹੱਥੋਂ ਜ਼ੁਲਮ ਸਹਿੰਦੇ ਜਾਣ ਦਾ ਨਾਂ ਹੈ। ਔਰੰਗਜ਼ੇਬ ਦਾ ਇਤਿਹਾਸ ਓਨਾ ਹੀ ਲੰਮਾ ਹੁੰਦਾ ਹੈ, ਜਿੰਨੀ ਉਮਰ ਹੁੰਦੀ ਹੈ ਲੰਮੀ ਸੋਚ ਤੇ ਉੱਗੀ ਕਾਹੀ ਦੀ, ਜਾਂ ਅਕਲ ਤੇ ਜੰਮੀ ਉੱਲੀ ਦੀ। ਤੇ ਇਹ ਇਤਿਹਾਸ ਕਿਸੇ ਵੀ ਯੁੱਗ ਦਾ ਹੋ ਸਕਦਾ ਹੈ, ਪਰ ਜਦ ਕੋਈ ਗਿਆਨ ਦਾ ਅੰਮ੍ਰਿਤ ਪੀ ਕੇ ਖੰਡਾ ਫੜਦਾ ਹੈ, ਸੋਚ ਤੇ ਉੱਗੀ ਕਾਹੀ ਲਾ ਕੇ ਜ਼ਫਰਨਾਮੇ ਜਿਹੇ ਅੱਖਰ ਕਾਗਜ਼ ਉੱਤੇ ਜੜਦਾ ਹੈ, ਤਾਂ ਔਰੰਗਜ਼ੇਬ ਦਾ ਯੁੱਗ
ਮੁੱਕ ਜਾਂਦਾ ਹੈ। ਨਗਰੀ ਉੱਤੇ ਸੱਚ ਅਤੇ ਇਨਸਾਫ ਦਾ ਝੰਡਾ ਝੁੱਲ ਜਾਂਦਾ ਹੈ। ਹੌਲੀ ਬੋਲ, ਹੌਲੀ ਬੋਲ, ਕਿਉਂ ਵਜਾਵੇਂ ਆਪਣਾ ਢੋਲ? ਆਪ ਤਾਂ ਤੂੰ ਮਰੇਗਾ, ਸਾਨੂੰ ਵੀ ਮਰਵਾਏਗਾ। ਖੁਦ ਚਰਖੜੀ ਤੇ ਚੜੇਗਾ ਤੇ ਸਾਨੂੰ ਪਿੰਜਰੇ ਪਾਏਗਾ। ਹੌਲੀ ਬੋਲ, ਹੌਲੀ ਬੋਲ। ਇਹ ਨਹੀਂ ਮੇਰੇ ਆਪਣੇ ਬੋਲ, ਸੱਚ ਵਜਾ ਕੇ ਆਪਣੇ ਢੋਲ, ਕਹਿੰਦਾ ਆਪਣੇ ਸੱਚੇ ਬੋਲ। ਹੌਲੀ ਬੋਲ, ਹੌਲੀ ਬੋਲ, ਐਵੇਂ ਨਾ ਜਿੰਦ ਆਪਣੀ ਰੋਲ। ਇਹਦੇ ਵਿੱਚ ਨਾ ਭਰਮ ਭੁਲੇਖਾ ਕਿ ਤੂੰ ਸੱਚ ਸੁਣਾਵੇਂ ਬੋਲ। ਇਹਦੇ ਵਿੱਚ ਵੀ ਕੋਈ ਨਹੀਂ ਸ਼ੰਕਾ ਕਿ ਔਰੰਗਜ਼ੇਬ ਕਿਸੇ ਜ਼ੁਲਮ ਦਾ ਨਾਂ ਨਹੀਂ, ਸਾਡੇ ਹੀ ਹੈ ਮਨ ਦਾ ਹੌਲ। ਪਰ ਕੀ ਤੂੰ ਨਹੀਂ ਤੱਕਦਾ? ਜੰਗ ਲੱਗ ਗਈ ਉਸ ਬਾਟੇ ਨੂੰ ਤੇ ਖੰਡੇ ਦੋ ਧਾਰੇ ਨੂੰ, ਜਿਸ ਨਾਲ ਕਿਸੇ ਮਰਦ ਅਗੰਬੜੇ ਪਿਆਇਆ ਸੀ ਅੰਮ੍ਰਿਤ ਕੋਲ। ਇਸੇ ਲਈ ਤੈਨੂੰ ਸਮਝਾਈਏ, ਹੌਲੀ ਬੋਲ, ਹੌਲੀ ਬੋਲ। ਸੋਚਾਂ ਉੱਤੇ ਕਾਹੀ ਉੱਗੀ ਤੇ ਅਕਲਾਂ ਤੇ ਉੱਲੀ ਲੱਗੀ, ਉੱਲੀਆਂ ਤੇ ਕਾਈਆਂ ਦਾ ਯੁੱਗ, ਜੋ ਔਰੰਗਜ਼ੇਬ ਦਾ ਆਪਣਾ ਯੁੱਗ ਹੈ। ਕੋਈ ਨਾ ਤੇਰੇ ਸੱਚ ਨੂੰ ਪੁੱਛਦਾ, ਕੋਈ ਨਾ ਇਸ ਦਾ ਮੋਲ। ਹੌਲੀ ਬੋਲ, ਹੌਲੀ ਬੋਲ। ਮਤੇ ਇਸ ਹਨੇਰੇ ਅੰਦਰ, ਇਸੇ ਚਾਰ ਚੁਫੇਰੇ ਅੰਦਰ ਧੜ ਵੱਟ ਕੇ ਬੈਠਾ ਹੋਵੇ ਔਰੰਗਜ਼ੇਬ ਦਾ, ਉਸਦਾ ਸੂਈਆ ਪਾਰਦਰਸ਼ਕ ਦਾ ਖੋਲ, ਤੇ ਤੇਰੀ ਇਸ ਸੋਹਣੀ ਜਿੰਦ ਨੂੰ ਹਾਥੀ ਦੇ ਪੈਰਾਂ ਨਾਲ ਬੰਨ ਕੇ ਮਿੱਟੀ ਵਿੱਚ ਦੇ ਰੋਲ। ਹੌਲੀ ਬੋਲ, ਹੌਲੀ ਬੋਲ। ਹੋਸ਼ਿਆਰ ਖਬਰਦਾਰ। ਇਹ ਨਾਟਕ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਦੇ ਮੌਕੇ ਤੇ ਲਿਖਿਆ ਸੀ। ਸੱਚੀ ਗੱਲ ਇਹ ਹੈ ਕਿ ਨਾਟਕ ਨੂੰ ਲਿਖਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਉਸ ਮੌਕੇ ਤੇ ਬਹੁਤ ਸਾਰੇ ਨਾਟਕਕਾਰ ਇਸ ਸ਼ਹਾਦਤ ਤੇ ਨਾਟਕ ਕੇਵਲ ਲਿਖੇ ਨਹੀਂ ਚੁੱਕੇ ਸਨ, ਬਾਕੀ ਛਪਵਾ ਵੀ ਚੁੱਕੇ ਸਨ। ਮੈਂ ਉਹਨਾਂ ਵਿੱਚੋਂ ਕੁਝ ਨਾਟਕ ਪੜ੍ਹਦਿਆਂ ਮਹਿਸੂਸ ਕੀਤਾ ਕਿ ਇਸ ਘਟਨਾ ਦਾ ਨਾਲ ਇਨਸਾਫ ਨਹੀਂ ਹੋ ਸਕਿਆ। ਬਹੁਤੇ ਨਾਟਕ ਸ਼ਰਧਾਲੂ, ਗੈਰ ਇਤਿਹਾਸਕ ਤੱਥਾਂ ਨਾਲ ਅਤੇ ਅਵਿਗਿਆਨਕ ਘਟਨਾਵਾਂ ਨਾਲ ਤੁੱਥ-ਮੁੱਥ ਹੋਏ ਪਏ ਸਨ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਘਟਨਾ ਆਪਣੇ ਸਮੇਂ ਦੀ ਕੋਈ ਮਾਮੂਲੀ ਘਟਨਾ ਨਹੀਂ ਸੀ। ਉਸ ਨੂੰ ਉਸਦੇ ਸਮਕਾਲ ਵਿੱਚ ਰੱਖ ਕੇ ਉਸ ਸਮੇਂ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤੀ ਨੂੰ ਗੋਲੇ ਬਿਨਾਂ ਇਸ ਸ਼ਹਾਦਤ ਦਾ ਮੁਲਾਂਕਣ ਕਰਨਾ ਇਸ ਸ਼ਹਾਦਤ ਨਾਲ ਬੇਇਨਸਾਫੀ ਹੋਵੇਗੀ। ਇਹ ਸ਼ਹਾਦਤ ਉਸ ਸਮੇਂ ਦੀ ਮਹਾਨ ਘਟਨਾ ਹੈ। ਸੰਸਾਰ ਵਿੱਚ ਸਿਰਫ 2 ਘਟਨਾਵਾਂ ਹੀ ਇਸ ਤਰ੍ਹਾਂ ਵਾਪਰੀਆਂ ਹਨ। ਜਾਂ ਤਾਂ ਬਹੁਤ ਪਹਿਲਾਂ ਕਦੇ ਇੱਕ ਪਾਦਰੀ ਆਪਣੇ ਯੁੱਗ ਦੇ ਜ਼ਾਲਮ ਹਾਕਮਾਂ ਵਿਰੁੱਧ ਮਕਤਲ ਵੱਲ ਖੁਦ ਤੁਰਿਆ ਸੀ, ਜਾਂ ਫਿਰ ਗੁਰੂ ਤੇਗ ਬਹਾਦਰ ਮਾਨਵਤਾ ਦੀ ਆਜ਼ਾਦੀ ਲਈ ਖੁਦ ਬਖੁਦ ਮਕਤਲ ਦਾ ਰਸਤਾ ਅਖਤਿਆਰ ਕੀਤਾ ਸੀ। ਮੈਨੂੰ ਜਾਪਿਆ ਕਿ ਪਹਿਲੇ ਨਾਟਕਾਂ ਵਿੱਚ ਅਣਗੌਲੇ ਮੁੱਦਿਆਂ ਨੂੰ ਮੈਨੂੰ ਆਪਣੇ ਨਾਟਕ ਵਿੱਚ ਵਿਚਾਰਨਾ ਚਾਹੀਦਾ ਹੈ। ਮੇਰਾ ਵਿਚਾਰ ਹੈ ਕਿ ਕਿਸੇ ਵੀ ਇਤਿਹਾਸਕ ਨਾਟਕ ਨੂੰ ਸਾਹਿਤਕ ਰੂਪ ਦੇਣ ਤੋਂ ਪਹਿਲਾਂ ਤਰਕ ਦੇ ਆਧਾਰ ਤੇ ਘਟਨਾ ਦੇ ਪਿਛੋਕੜ ਪਏ ਸੱਚ ਦੀ ਖੋਜ ਕਰਨੀ ਚਾਹੀਦੀ ਹੈ। ਦੂਜੇ, ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਹੀ ਨਹੀਂ ਆਪਣਾ ਕਿਰਤ ਵਿੱਚ ਢਾਲਣਾ ਚਾਹੀਦਾ, ਸਗੋਂ ਅਜੋਕੇ ਯੁੱਗ ਨੂੰ ਵੀ ਜੋ ਸੰਬੋਧਿਤ ਹੋਣ ਉਹ ਵੀ ਲਿਖਣਾ ਚਾਹੀਦਾ ਹੈ। ਮੈਂ ਲਿਖਣ ਦਾ ਮਨ ਤਾਂ ਬਣਾ ਲਿਆ, ਪਰ ਮੈਨੂੰ ਜਾਪਿਆ ਕਿ ਇਸ ਨਾਟਕ ਦਾ ਕਥਾਨਕ 3 ਜਾਂ 5 ਐਕਟਾਂ ਵਾਲੀ ਵਿਧਾ ਵਿੱਚ ਨਹੀਂ ਸਮਾ ਸਕੇਗਾ। ਮੈਂ ਕੁਝ ਕੁ ਬਰਟੋਲਟ ਬ੍ਰੈਖਟ ਦੇ ਨਾਟਕ ਪੜ੍ਹੇ ਸਨ, ਇਸ ਲਈ ਮੈਂ ਸੋਚਿਆ ਕਿ ਇਸ ਨਾਟਕ ਨੂੰ ਬ੍ਰੈਖਟੀਨ ਸ਼ੈਲੀ ਵਿੱਚ ਢਾਲਣਾ ਚਾਹੀਦਾ ਹੈ। ਪਰ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਥਾ ਦਾ ਲੜ ਕਿਵੇਂ ਤੇ ਕਿਸ ਪਾਸਿਓਂ ਪੜ੍ਹਿਆ ਜਾਵੇ। ਮੇਰੀ ਚੰਗੀ ਕਿਸਮਤ ਨੂੰ ਉਹਨਾਂ ਦਿਨਾਂ ਵਿੱਚ ਸੰਸਾਰ ਪ੍ਰਸਿੱਧ ਮੰਚ ਨਿਰਦੇਸ਼ਕ ਅਬਰਾਹਿਮ ਅਲ-ਕਾਜ਼ੀ ਦੀ ਧੀ ਨਾਲ ਮੁਲਾਕਾਤ ਹੋ ਗਈ। ਅਮਾਲ ਹਾਲ ਵਿੱਚ ਹੀ ਉਹ ਅਤੇ ਉਸ ਦਾ ਪਤੀ ਜਰਮਨ ਤੋਂ ਬ੍ਰੈਖਟ ਉੱਪਰ 3 ਸਾਲ ਦਾ ਅਧਿਐਨ ਕਰਕੇ ਪਰਤੇ ਸਨ। ਪੰਜਾਬ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਨੇ ਉਸ ਨੂੰ ਬਤੌਰ ਮਹਿਮਾਨ ਨਿਰਦੇਸ਼ਕ ਦੇ ਤੌਰ ਤੇ ਸੱਦਿਆ ਸੀ, ਜਿੱਥੇ ਉਸਨੇ ਵਿਦਿਆਰਥੀਆਂ ਨੂੰ ਬ੍ਰੈਖਟੀਅਨ ਸ਼ੈਲੀ ਦਾ ਅਧਿਐਨ ਕਰਵਾਉਣਾ ਸੀ ਅਤੇ 2 ਨਾਟਕ ਐਕਸੈਪਸ਼ਨ ਐਂਡ ਦਾ ਰੂਲ ਐਂਡ 3 ਪੈਨਾ ਓਪੇਰਾ ਵੀ ਪ੍ਰਸਤੁਤ ਕਰਨੇ ਸਨ। 3 ਪੈਨਾ ਓਪੇਰਾ ਦੇ ਪਾਤਰ ਬਹੁਤ ਜ਼ਿਆਦਾ ਸਨ, ਜਿਸ ਕਾਰਨ ਉਸ ਨੂੰ ਕੁਝ ਅਦਾਕਾਰ ਵਿਭਾਗ ਤੋਂ ਬਾਹਰੋਂ ਲੈਣੇ ਪਏ, ਜਿਨ੍ਹਾਂ ਵਿੱਚ ਮੇਰੀ ਜੀਵਨ ਸਾਥਣ ਜਸਵੰਤ ਦਮਨ ਵੀ ਸ਼ਾਮਲ ਸੀ, ਅਤੇ ਜੋ ਮੇਰੇ ਅਤੇ ਅਮਾਲ ਦੀ ਜਾਣ ਪਹਿਚਾਣ ਦਾ ਸਬੱਬ ਵੀ ਬਣੀ। ਅਮਾਲ ਦੇ ਚੰਡੀਗੜ੍ਹ ਠਹਿਰਨ ਦੇ ਦੌਰਾਨ ਮੈਂ ਅਮਾਲ ਨੂੰ ਮਿਲਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਤੇ ਲਗਾਤਾਰ ਬ੍ਰੈਖਟ ਬਾਰੇ ਗਿਆਨ ਇਕੱਠਾ ਕਰਦਾ ਰਿਹਾ ਤੇ ਉਸ ਵੱਲੋਂ ਸੁਝਾਈਆਂ ਕਿਤਾਬਾਂ ਦਾ ਅਧਿਐਨ ਵੀ ਕਰਦਾ ਰਿਹਾ। ਆਖਿਰ ਵਿੱਚ ਮੈਂ ਅਮਾਲ ਨੂੰ ਆਪਣੇ ਮਨ ਦੀ ਇੱਛਾ ਪ੍ਰਗਟਾਈ ਕਿ ਮੈਂ ਬ੍ਰੈਖਟੀਨ ਸ਼ੈਲੀ ਦੇ ਆਧਾਰ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਬਾਰੇ ਨਾਟਕ ਲਿਖਣਾ ਚਾਹੁੰਦਾ ਹਾਂ। ਤਾਂ ਉਸਨੇ ਸ਼ਹਾਦਤ ਦੀ ਪੂਰੀ ਗਾਥਾ ਸੁਣੀ ਤੇ ਬੋਲੀ, ਸੋਚਦਾ ਕੀ ਹੈ, ਲਿਖਣ ਦੀ ਕਰ। ਮੈਂ 15-20 ਦਿਨਾਂ ਵਿੱਚ ਨਾਟਕ ਲਿਖ ਮਾਰਿਆ। ਜੇ ਇੱਥੇ ਮੈਂ ਇੱਕ ਹੋਰ ਸ਼ਖਸ ਨਵਤੇਜ ਸਿੰਘ ਪੀੜਤ ਲੜੀ ਦਾ ਜ਼ਿਕਰ ਨਾ ਕਰਾਂ ਤੇ ਬਹੁਤ ਵੱਡੀ ਗੁਸਤਾਖੀ ਹੋਵੇਗੀ,
ਜਿਸ ਨੇ ਕਈ ਵਾਰ ਇਸ ਨਾਟਕ ਨੂੰ ਪੜ੍ਹਿਆ, ਸੁਣਿਆ ਅਤੇ ਕਈ ਦੁਰਸਤੀਆਂ ਵੀ ਕਰਵਾਈਆਂ। ਮੁਗਲ ਕਾਲ ਦੇ ਪ੍ਰਭਾਵ ਨੂੰ ਬਣਾਈ ਰੱਖਣ ਲਈ ਖਾਸ ਤੌਰ ਤੇ ਬਾਦਸ਼ਾਹ ਅਤੇ ਅਹਿਲਕਾਰਾਂ ਦੀ ਵਾਰਤਾਲਾਪ ਦੇ ਵਿੱਚ ਮੈਂ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ। ਨਵਤੇਜ ਹੋਰਾਂ ਦੋਵੇਂ ਭਾਸ਼ਾ ਦੇ ਜਾਣੂ ਹੋਣ ਕਾਰਨ ਇਹਨਾਂ ਭਾਸ਼ਾਵਾਂ ਦੀ ਦੁਰਸਤੀ ਵੀ ਕੀਤੀ। ਇਹ ਨਾਟਕ ਬਹੁਤ ਹੀ ਕਾਮਯਾਬੀ ਨਾਲ ਬਹੁਤ ਥਾਵਾਂ ਤੇ ਖੇਡਿਆ ਗਿਆ। ਬੰਬਈ ਦੇ ਸ਼ਣਮੁਖਨ ਦਾ ਹਾਲ ਵਿੱਚ 3000 ਦਰਸ਼ਕਾਂ ਨੇ ਇਸ ਨੂੰ 3 ਦਿਨ ਤੱਕ ਮਾਣਿਆ, ਪਰ ਫਿਰ ਵੀ ਟਿਕਟ ਨਾ ਮਿਲਣ ਕਰਕੇ ਬਹੁਤ ਸਾਰੇ ਦਰਸ਼ਕਾਂ ਨੂੰ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਮੁੜਨਾ ਪਿਆ ਸੀ। ਪਰ ਇਸ ਨਾਟਕ ਦੀ ਸਫਲਤਾ ਨੇ ਮੈਨੂੰ ਵਾਰ-ਵਾਰ ਬੰਬਈ ਵਿੱਚ ਹੋਰ ਕਈ ਨਾਟਕ ਖੇਡਣ ਦਾ ਮੌਕਾ ਵੀ ਪ੍ਰਦਾਨ ਕੀਤਾ। ਐਮਰਜੈਂਸੀ ਦੇ ਦਿਨ ਸਨ ਜਦੋਂ ਇਹ ਨਾਟਕ ਟੈਗੋਰ ਥੀਏਟਰ ਵਿੱਚ ਖੇਡਿਆ ਗਿਆ ਤਾਂ ਇੰਡੀਅਨ ਐਕਸਪ੍ਰੈਸ ਦੀ ਹੇਠ ਲਿਖੀ ਰਿਪੋਰਟ ਕਾਰਨ ਨਾਟਕ ਬੈਨ ਹੀ ਨਹੀਂ ਹੋ ਗਿਆ, ਬਲਕਿ ਦਾਸ ਨੂੰ ਗ੍ਰਿਫਤਾਰ ਕਰਨ ਲਈ ਇੱਕ ਵੱਡੀ ਫੋਰਸ ਨੀਲੋ ਖੇੜੀ ਹਰਿਆਣਾ ਵਿਖੇ ਪਹੁੰਚ ਗਈ, ਜਿੱਥੇ ਮੈਂ ਨਾਟਕ ਖੇਡ ਚੁੱਕਾ ਸਾਂ। ਰਿਪੋਰਟ ਸੀ, relevant to play in Aurangzeb's times, it spoke of the time when the fanatic king forced cities into darkness and silence. The somber theme carries weight today and say more than any blatant play on emergency and its like could ever indicate. ਉਹਨਾਂ ਦਿਨਾਂ ਵਿੱਚ ਨਾਟਕ ਖੇਡਣ ਦੇ ਕਾਰਨ ਹੀ ਭਾਗ ਗੁਰਚਰਨ ਸਿੰਘ ਜੇਲ੍ਹ ਅੰਦਰ ਸਨ। ਖੈਰ ਮੇਰਾ ਕਿਸ ਤਰ੍ਹਾਂ ਬਚਾਅ ਹੋ ਗਿਆ, ਪਰ ਸਰਕਾਰ ਵੱਲੋਂ ਮੇਰੇ ਇਸ ਵਿਸ਼ਵਾਸ ਤੇ ਮੋਹਰ ਲਗਾ ਦਿੱਤੀ ਕਿ ਇਤਿਹਾਸ ਤੇ ਆਧਾਰਿਤ ਸਾਹਿਤਕ ਰਚਨਾ ਆਪਣੇ ਯੁੱਗ ਨੂੰ ਵੀ ਮੁਖਾਤਬ ਹੋਣੀ ਚਾਹੀਦੀ ਹੈ ਅਤੇ ਅਸਰ ਵੀ ਰੱਖਦੀ ਹੈ। ਇਹ ਸਭ ਕੁਝ ਦੱਸਣ ਤੋਂ ਮੇਰਾ ਭਾਵ ਇਹ ਹੈ ਕਿ ਕਈ ਵਾਰ ਸਾਹਿਤਕ ਰਚਨਾਵਾਂ ਕਿਸ ਦੌਰ ਵਿੱਚੋਂ ਗੁਜ਼ਰ ਕੇ ਸਿਰਜਣਾ ਦਾ ਰੂਪ ਧਾਰਦੀਆਂ ਹਨ। ਆਓ ਹੁਣ ਇਸ ਨਾਟਕ ਦੇ ਥੀਮੈਟਿਕ ਪੱਖ ਤੇ ਵਿਚਾਰ ਕਰੀਏ। ਅਸੀਂ ਇਸ ਦੇ ਕੋਰਸ ਗੀਤ ਤਾਂ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕੇ ਹਾਂ। ਇਸ ਤੋਂ ਅੱਗੇ ਇਹ ਨਾਟਕ ਤੁਹਾਨੂੰ ਰੇਡੀਓ ਨਾਟਕ ਵਾਂਗ ਪਾਸੇਗਾ। ਮੈਂ ਇਸ ਵਿੱਚ ਬਹੁਤੀ ਕਮੈਂਟਰੀ ਕਰਕੇ ਤੁਹਾਨੂੰ ਹੋਰ ਬੋਰ ਨਹੀਂ ਕਰਨਾ ਚਾਹਾਂਗਾ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਲੈ ਕੇ ਇਸ ਦੇ ਬਹੁਤ ਸਾਰੇ ਪੱਖਾਂ ਤੇ ਵਿਚਾਰ ਕਰਾਂਗੇ। ਮੈਂ ਇਸ ਨਾਟਕ ਦੀ ਆਲੋਚਨਾ ਜਾਂ ਸਵੈਲੋਚਨਾ ਤਾਂ ਨਹੀਂ ਕਰਾਂਗਾ, ਕਿਉਂਕਿ ਮੈਂ ਆਲੋਚਕ ਨਹੀਂ ਹਾਂ। ਇਹ ਕੰਮ ਆਲੋਚਕ ਦਾ ਹੈ। ਮੈਂ ਆਪਣੀ ਗੱਲ ਨਾਟਕ ਦੇ ਸੰਵਾਦਾਂ ਦੁਆਰਾ ਹੀ ਪੇਸ਼ ਕਰਨ ਦਾ ਯਤਨ ਕਰਾਂਗਾ। ਨਾਟਕ ਲਿਖਦੇ ਸਮੇਂ ਮੈਨੂੰ ਉਸ ਸਮੇਂ ਦੇ ਬਹੁਤ ਸਾਰੇ ਪੱਖ, ਜਿਵੇਂ ਕਿ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਨਜ਼ਰੀਏ ਆਏ, ਜਿਨ੍ਹਾਂ ਨੇ ਭਾਵੇਂ ਅਜੋਕੇ ਰੂਪ ਵਿੱਚ ਇਸ ਵੇਲੇ ਰੂਪ ਬਦਲ ਗਿਆ ਹੋਵੇ, ਪਰ ਉਹ ਹਾਲਤਾਂ ਉਸੇ ਤਰ੍ਹਾਂ ਮੌਜੂਦ ਹਨ। ਉਦੋਂ ਵੀ ਕਿਸੇ ਸ਼ਖਸ ਨੂੰ ਗੱਦੀ ਤੇ ਬਿਠਾਉਣ ਲਈ ਲੌਬੀਆਂ ਕੰਮ ਕਰਦੀਆਂ ਸਨ। ਇਹਨਾਂ ਲੌਬੀਆਂ ਵਿੱਚ ਨੇੜੇ ਦੇ ਰਿਸ਼ਤੇਦਾਰ, ਧਾਰਮਿਕ ਆਗੂ ਜਾਂ ਜਗੀਰਦਾਰਾਂ ਦੇ ਗੁੱਟ ਸ਼ਾਮਲ ਹੁੰਦੇ ਸਨ। ਰਾਜ ਸੱਤਾ ਨੂੰ ਪੱਕੇ ਤੌਰ ਤੇ ਬਣਾਈ ਰੱਖਣ ਲਈ ਬਕੌਲ ਕਾਰਲ ਮਾਰਕਸ ਸਟੇਟ ਤੇ ਚਰਚ ਦੀ ਸੰਧੀ ਅਤੀ ਜ਼ਰੂਰੀ ਸੀ, ਜੋ ਕਿ ਅੱਜ ਵੀ ਹੈ। ਸੁਣੋ ਨਾਟਕ ਦੇ ਪਹਿਲੀ ਝਾਕੀ ਦੇ ਕੁਝ ਸੰਵਾਦ। ਪਾਤਰ ਹਨ ਔਰੰਗਜ਼ੇਬ, ਉਸ ਦਾ ਮਾਮਾ ਅਤੇ ਮੁਫਤੀ। ਮਾਮੂ ਜਾਨ, ਬੇਸ਼ੱਕ ਅਸੀਂ ਆਪਣੇ ਦੁਸ਼ਮਣ ਨੂੰ ਦਬਾਉਣ ਵਿੱਚ ਕਾਮਯਾਬ ਹੋ ਗਏ ਹਾਂ, ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਮੁਲਕ ਵਿੱਚ ਪੂਰਾ ਮਨ ਨਹੀਂ ਹੈ। ਇਸ ਵਾਸਤੇ ਹੀ ਮੈਂ ਆਪ ਜੀ ਨੂੰ ਤਕਲੀਫ ਦਿੱਤੀ ਹੈ। ਤਕਲੀਫ ਕੈਸੀ? ਮੈਂ ਤਾਂ ਆਪਣੇ ਭਾਂਜੇ ਲਈ ਜਾਨ ਵੀ ਨਿਛਾਵਰ ਕਰਨ ਲਈ ਤਿਆਰ ਹਾਂ। ਆਪ ਦੀ ਹਕੂਮਤ ਦੀ ਬਹਿਬੂਦੀ ਲਈ ਮੈਂ ਹਰ ਸੇਵਾ ਲਈ ਹਾਜ਼ਰ ਹਾਂ। ਇਹ ਮੇਰੀ ਖੁਸ਼ ਨਸੀਬੀ ਹੋਵੇਗੀ ਜੇ ਮੈਂ ਸ਼ਹਿਨਸ਼ਾਹ ਹਿੰਦ ਔਰੰਗਜ਼ੇਬ ਆਲਮਗੀਰ ਦੇ ਕੰਮ ਆ ਸਕਾਂ। ਮਾਮੂ ਜਾਨ, ਮੈਂ ਤੁਹਾਡੇ ਤੇ ਨਿਹਾਇਤ ਖੁਸ਼ ਹਾਂ। ਤੁਸੀਂ ਮੇਰੀ ਔਰ ਸਲਤਨਤ ਦੀ ਬਹਿਬੂਦੀ ਲਈ ਬਹੁਤ ਕੁਝ ਕੀਤਾ ਹੈ। ਮੈਂ ਆਪ ਜੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਖੁਦਾ ਤੁਹਾਡੀ ਉਮਰ ਦਰਾਜ਼ ਕਰੇ। ਮੈਂ ਜੋ ਕੁਝ ਵੀ ਕਰ ਸਕਿਆ ਹਾਂ ਉਹ ਮੇਰਾ ਫਰਜ਼ ਸੀ। ਹਜ਼ੂਰ, ਮੁਫਤੀ ਆਜ਼ਮ ਤਸ਼ਰੀਫ ਲਿਆਏ ਹਨ। ਮੁਫਤੀ ਆਜ਼ਮ, ਉਹਨੂੰ ਬਾਹਰ ਕਾਇਦਾ ਅੰਦਰ ਆਉਣ ਦਿਓ। हजूर शहनशाह हिंद, खुदा आपदा जलाल सदा कायम रखे। आओ तशरीफ रखो। सुनाओ, मक्के का सफ़र तो ठीक रहा? आपके मिजाज तो अच्छे हैं? खुदा दा लख लख शुक्र है। होर सब ठीक रहा, पर जो कुछ होया वो मजहब की दुनिया में कदे नहीं सुनिया। अजिहा की होया? हजूर, जिस दी उम्मीद नहीं सी। तुसी बुझारता पा रहे हो। मैनू ये दसदियां दुख हो रहा है कि मक्के दे मुफ्ती ने आप बनो भेजे नजराने लैन तो इनकार कर दिता है। इनकार कर देता है? जी, उसका कहना है, मैनू ये आप जी नू दसदियां दुख ते शर्म महसूस होती है। फिर भी असी मक्के दे मुफ्ती दा नजराने लैन तो इनकार करने की वजह जाननी चाहते हैं। गुस्ताखी मुआफ हजूर। उसका कहना है कि तोहफे भेजण वाले दे हथ उस दे हमजायां दे खून नाल लिबड़े हुए हैं। उसने अपने वालिद दी अजमत नहीं की। और हजूर, मुफ्ती मक्का ने वजह फरमाया है, असी मजहब के खिदमतगार किमें होए? असी शहनशाह होंदे हुए भी मजहब की की सेवा कर सके हाँ? असी तो सियासत हुकूमत के इंतजाम में इतना मशरूफ हो गए कि कभी जानने की कोशिश ही नहीं की
ਕਿ ਜੋ ਮਜ਼ਹਬੀ ਮहोत्सव ਤਾਇਨਾਤ ਕੀਤੇ ਗਏ ਸਨ ਕਿ ਉਹ ਆਪਣਾ ਕੰਮ ਠੀਕ ਅਦਾ ਕਰ ਰਹੇ ਹਨ, ਕਿ ਫਰਮਾਨ ਅਨੁਸਾਰ ਭੇਜੀਆਂ ਗਈਆਂ ਹਦਾਇਤਾਂ ਤੇ ਠੀਕ ਅਮਲ ਹੋ ਰਿਹਾ ਹੈ। ਸਭ ਠੀਕ ਹੋ ਰਿਹਾ ਹੈ ਹਜ਼ੂਰ। ਮਜ਼ਹਬੀ ਮੁਤਸਬ ਆਪਣਾ ਕੰਮ ਦਿਲੋਂ ਜਾਨ ਨਾਲ ਨਿਭਾ ਰਹੇ ਹਨ। ਹਦਾਇਤਾਂ ਦੀ ਸਖਤੀ ਨਾਲ ਤਾਮੀਲ ਕੀਤੀ ਜਾ ਰਹੀ ਹੈ। ਹਜ਼ੂਰ, ਮੁੱਲਾਂ ਦੀ ਬਾਗ ਵਿੱਚ ਸ਼ਾਹੀ ਰੋਬ ਹੈ, ਲੇਕਿਨ ਹਜ਼ੂਰ ਸ਼ਾਹੀ ਬਾਗ ਘੜਿਆਲ ਤੇ ਸ਼ੰਖ ਦੇ ਸ਼ੋਰ ਵਿੱਚ ਚੀਖ ਪੁਕਾਰ ਬਣ ਕੇ ਰਹਿ ਜਾਂਦੀ ਹੈ। ਮੁਕੱਦਸ ਕਿਤਾਬ ਦੀਆਂ ਕੁੱਲ ਆਇਤਾਂ ਪੂਜ ਸਥਾਨਾਂ ਵਿੱਚ ਬੋਲੇ ਜਾਂਦੇ ਕੁਫਰ ਅੱਗੇ ਤੁਸ਼ ਬਣ ਕੇ ਰਹਿ ਜਾਂਦੀਆਂ ਹਨ। ਸਲਤਨਤ ਵਿੱਚ ਕੁਫਰ ਦਾ ਬੋਲਬਾਲਾ ਹੈ ਜੋ ਭੋਲੇ ਭਾਲੇ ਸ਼ਾਹੀ ਮਜ਼ਹਬ ਵਾਲੇ ਲੋਕਾਂ ਤੇ ਵੀ ਆਪਣਾ ਅਸਰ ਰੱਖਦਾ ਹੈ। ਉਹ ਵੀ ਕਾਫਰਾਂ ਦੇ ਮਜ਼ਹਬ ਦਾ ਬੇਲੋੜਾ ਇਹਤਰਾਮ ਕਰਦੇ ਹਨ। ਹਜ਼ੂਰ, ਅਜਿਹੇ ਹਾਲਾਤ ਵਿੱਚ ਸ਼ਾਹੀ ਮਜ਼ਹਬ ਕਿੰਨਾ ਕੁ ਫੈਲ ਸਕਦਾ ਹੈ? ਮੁਫਤੀ ਆਜ਼ਮ, ਇਹ ਕਸੂਰ ਭੋਲੇ ਭਾਲੇ ਲੋਕਾਂ ਦਾ ਨਹੀਂ, ਉਹਨਾਂ ਸ਼ਾਹੀ ਹੱਥਾਂ ਦਾ ਹੈ ਜਿਨ੍ਹਾਂ ਨੂੰ ਖੁਦਾ ਨੇ ਇਸ ਲਈ ਤਾਜੋ ਤਖਤ ਬਖਸ਼ਿਆ ਸੀ ਕਿ ਉਹ ਮਜ਼ਹਬ ਦੀ ਬਹਿਬੂਦੀ ਲਈ ਕੁਝ ਕਰ ਸਕਣ। ਪਰ ਅਫਸੋਸ ਇਹ ਕਹਿੰਦੇ ਮੇਰਾ ਸਿਰ ਸ਼ਰਮ ਨਾਲ ਝੁਕਦਾ ਹੈ ਕਿ ਉਹ ਹੱਥ ਕਾਫਰ ਔਰਤਾਂ ਦੇ ਮਰਮਰੀ ਜਿਸਮਾਂ ਨਾਲ ਹੀ ਨਹੀਂ ਖੇਡਦੇ ਰਹੇ, ਬਲਕਿ ਉਹਨਾਂ ਜਿਸਮਾਂ ਨੂੰ ਸ਼ਾਹੀ ਹਰਬ ਦੀਆਂ ਮਹਿਲਕਾਮਾਂ ਬਣਾ ਕੇ ਤੈਮੂਰ ਅਤੇ ਬਾਬਰ ਦੇ ਪਾਕ ਖੂਨ ਨੂੰ ਗਲੀਜ਼ ਕਰ ਦਿੱਤਾ। ਉਹਨਾਂ ਹੱਥਾਂ ਨੇ ਆਪਣੇ ਮੱਥੇ ਤੇ ਲਗਾਏ ਜਾਂਦੇ ਤਿਲਕਾਂ ਨੂੰ ਕੀ ਰੋਕਣਾ ਸੀ? ਉਹ ਹੱਥਾਂ ਕਾਫਰਾਂ ਦੇ ਮੰਦਰਾਂ ਤੇ ਸੋਨੇ ਦੇ ਛੱਤਰ ਚਲਾਉਂਦੇ ਰਹੇ। ਜਦੋਂ ਮੈਂ ਸੋਚਦਾ ਹਾਂ ਕਿ ਮੇਰੇ ਦਾਦਾ ਔਰ ਮੇਰੇ ਵਾਲਦ ਕਾਫਰ ਔਰਤਾਂ ਦੇ ਬੇਟੇ ਸਨ ਤਾਂ ਮੈਨੂੰ ਆਪਣੇ ਆਪ ਨਾਲ ਗਿਲਾ ਨਹੀਂ ਹੋਣ ਲੱਗਦੀ ਹੈ। ਪਤਾ ਨਹੀਂ ਮੇਰੇ ਜਿਸਮ ਵਿੱਚ ਗੰਦੇ ਖੂਨ ਦੇ ਕਿਤਨੇ ਕਤਰੇ ਬਾਕੀ ਹਨ। ਮੈਨੂੰ ਜਾਪਦਾ ਹੈ ਜਿਵੇਂ ਮੈਂ ਕਾਫਰ ਹੋਵਾਂ। ਨਹੀਂ ਜਹਾਂਪਨਾਹ, ਮੈਨੂੰ ਨਹੀਂ। ਕਹਿਣ ਦਿਓ ਮੁਫਤੀ ਆਜ਼ਮ ਕਿ ਮੈਂ ਕਾਫਰ ਹਾਂ, ਨਹੀਂ ਤਾਂ ਸਲਤਨਤ ਵਿੱਚ ਵੱਜੇ ਟਲ ਸੰਖ ਕੜਿਆਲ ਸਲਤਨਤ ਵਿੱਚ ਕੁਫਰ ਫੈਲਾਉਂਦੇ ਰਹਿੰਦੇ ਔਰ ਮੈਂ ਚੁੱਪਚਾਪ ਤਾਜ ਪਾ ਕੇ ਹੱਥ ਵਿੱਚ ਤਲਵਾਰ ਲੈ ਕੇ ਤਖਤ ਤੇ ਬੈਠਾ ਰਹਿੰਦਾ। ਕਸਮ ਖੁਦਾ ਦੀ, ਮੈਂ ਸਰਜ਼ਮੀਨ ਦੇ ਜ਼ਰਰੇ ਜ਼ਰਰੇ ਵਿੱਚੋਂ ਕੁਫਰ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ ਔਰ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗਾ ਜਦ ਤੱਕ ਸ਼ਾਹੀ ਮਜ਼ਹਬ ਦਾ ਪਰਚਮ ਸਾਰੀ ਸਲਤਨਤ ਤੇ ਨਹੀਂ ਲਹਿਰਾ ਜਾਂਦਾ। ਚੌਕਦਾਰ, ਖੁਸ਼ਨਵੀਜ਼ ਨੂੰ ਹਾਜ਼ਰ ਕਰੋ। ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਸ਼ਹਿਨਸ਼ਾਹ ਹੋਣ ਦੇ ਨਾਤੇ ਮਜ਼ਹਬੀ ਸਲਤਨਤ ਕਾਇਮ ਕਰੀਏ, ਫਿਰ ਹੀ ਮੱਕਾ ਨੂੰ ਨਜ਼ਰਾਨੇ ਦੇਣ ਦੇ ਕਾਬਲ ਹੁੰਦੇ ਹਾਂ। ਮੁਫਤੀ ਮੱਕਾ, ਅਸੀਂ ਤੇਰੇ ਸ਼ੁਕਰਗੁਜ਼ਾਰ ਹਾਂ ਕਿ ਤੂੰ ਸਾਨੂੰ ਭੁੱਲਿਆਂ ਨੂੰ ਰਾਹ ਪਾਇਆ ਹੈ। ਅਸੀਂ ਮਜ਼ਹਬ ਦੀ ਖਿਦਮਤ ਭੁੱਲ ਕੇ ਹਕੂਮਤ ਔਰ ਸਿਆਸਤ ਦੇ ਵਿੱਚ ਮਸ਼ਰੂਫ ਹੋ ਗਏ ਸਨ। ਯਾ ਖੁਦਾ, ਤੇਰਾ ਲੱਖ ਲੱਖ ਸ਼ੁਕਰ ਹੈ ਕਿ ਮਜ਼ਹਬ ਸਾਨੂੰ ਬੜੇ ਵਕਤ ਸਿਰ ਯਾਦ ਦਵਾਇਆ ਹੈ। ਇਸ ਵੇਲੇ ਸਾਨੂੰ ਮਜ਼ਹਬ ਦੀ ਸਖਤ ਲੋੜ ਹੈ ਔਰ ਸਾਨੂੰ ਮਜ਼ਹਬ ਦੀ ਖਿਦਮਤ ਵਿੱਚ ਦਿਲ ਜਾਨੋਂ ਹਾਜ਼ਰ ਹੋ ਜਾਣਾ ਚਾਹੀਦਾ ਹੈ। ਬਾਦਸ਼ਾਹ ਦੇ ਯੁੱਗ ਵਿੱਚ ਰਾਜ ਕਰਤਾ ਜਮਾਤ ਜ਼ਗੀਰਦਾਰਾਂ ਦੀ ਸੀ। ਵਪਾਰੀ ਤੇ ਕਾਰੀਗਰ ਵਰਗ ਰਾਜ ਸਭਾ ਵਿੱਚ ਭਾਗੀਦਾਰ ਹੋਣ ਲਈ ਉਸਲ ਬੱਟੇ ਲੈ ਰਹੇ ਸੀ, ਪਰ ਕਾਮਯਾਬੀ ਨਜ਼ਰ ਨਹੀਂ ਸੀ ਆ ਰਹੀ। ਇਸ ਜਮਾਤ ਨੂੰ ਸੰਗਠਿਤ ਹੋਣ ਦੀ ਲੋੜ ਸੀ, ਪਰ ਸੰਗਠਨ ਲਈ ਕਾਗੂ ਦੀ ਲੋੜ ਹੁੰਦੀ ਹੈ। ਮੱਖਣ ਸ਼ਾਹ ਇਤਿਹਾਸ ਵਿੱਚ ਇੱਕ ਅਜਿਹਾ ਹੀ ਪਾਤਰ ਹੈ ਜਿਸ ਨੇ ਗੁਰੂ ਤੇਗ ਬਹਾਦਰ ਨੂੰ ਬਤੌਰ ਆਪਣੀ ਜਮਾਤ ਦੇ ਆਗੂ ਹੋਣ ਦਾ ਐਲਾਨ ਕੀਤਾ। ਗੁਰੂ ਲਾ ਦੋ ਰੇ। ਵਪਾਰੀ ਅਤੇ ਕਾਰੀਗਰ ਜਮਾਤ ਭਾਵੇਂ ਗੁਰੂ ਨਾਨਕ ਦੇ ਸਮੇਂ ਤੋਂ ਹੀ ਆਸਬੰਦ ਹੋ ਗਈ ਸੀ। ਉੱਤਰੀ ਹਿੰਦੁਸਤਾਨ ਵਿੱਚ ਨਾਨਕ ਪੰਥੀ ਅਤੇ ਨਾਨਕ ਲੇਵਾ ਨਾਂ ਦੇ ਸੰਗਠਿਤ ਹਰਕਤ ਵਿੱਚ ਸਨ, ਪਰ 8ਵੇਂ ਗੁਰੂ ਤੱਕ ਪਹੁੰਚਦੇ ਇਹ ਲਹਿਰ ਬਹੁਤ ਹੱਦ ਤੱਕ ਠੰਡੀ ਪੈ ਚੁੱਕੀ ਸੀ। ਵਪਾਰ ਵਧਾਉਣ ਲਈ ਕਾਰੀਗਰ ਦੀ ਲੋੜ ਹੁੰਦੀ ਹੈ, ਪਰ ਵਪਾਰ ਤਾਂ ਹੀ ਵੱਧ ਫੁੱਲ ਸਕਦਾ ਹੈ ਜੇ ਵਸਤਾਂ ਦੀ ਮੰਡੀ ਵਿੱਚ ਮੰਗ ਹੋਵੇ। ਉਸ ਸਮੇਂ ਮੰਗ ਨਾ ਹੋਣ ਦੇ ਦੋ ਵੱਡੇ ਕਾਰਨ ਸਨ। ਪਹਿਲਾ, ਵਸਤਾਂ ਦੀ ਖਰੀਦੋ ਫਰੋਖਤ ਆਮ ਲੋਕਾਂ ਦੇ ਬਸ ਤੋਂ ਬਾਹਰ ਦੀ ਗੱਲ ਸੀ। ਦੂਜੇ, ਜੋ ਖਰੀਦ ਵੀ ਸਕਦੇ ਸਨ ਉਹਨਾਂ ਨੂੰ ਬਾਦਸ਼ਾਹ ਦੇ ਮਜ਼ਹਬ ਦੇ ਨਾ ਹੋਣ ਕਾਰਨ ਉੱਚ ਪਾਏ ਦੀਆਂ ਵਸਤਾਂ ਪਾਉਣ, ਹੰਡਾਉਣ ਅਤੇ ਰੱਖਣ ਦੀ ਮਨਾਹੀ ਸੀ। ਜਗੀਰੂ ਯੁੱਗ ਵਿੱਚ ਇਹ ਵਰਤਾਰਾ ਸਾਰੇ ਸੰਸਾਰ ਵਿੱਚ ਹੀ ਵਾਪਰ ਰਿਹਾ ਸੀ। ਇਹ ਵਪਾਰੀ ਅਤੇ ਕਾਰੀਗਰ ਜਮਾਤ ਦੀ ਗੁਰੂ ਸਾਹਿਬ ਬਤੌਰ ਆਗੂ ਹੋਣ ਦੀ ਟੁੱਟ ਸ਼ਰਧਾ ਦਾ ਹੀ ਸਬੂਤ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਿੱਛੋਂ ਉਹਨਾਂ ਦੇ ਧੜ ਦੀ ਹਕੂਮਤ ਵੱਲੋਂ ਕੀਤੀ ਜਾਣ ਵਾਲੀ ਬੇਹੁਰਮਤੀ ਤੋਂ ਬਚਾਉਣ ਲਈ ਰੂਹ ਦੇ ਇੱਕ ਲੁਬਾਣੇ ਵਪਾਰੀ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਧੜ ਦਾ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰ ਦਿੱਤਾ ਸੀ। ਆਓ ਸੁਣੀਏ ਉਸ ਯੁੱਗ ਦੀ ਬੁਨਿਆਦੀ। ਸੁਣੋ ਲੋ ਖੁਦਾ ਦਾ ਹੁਕਮ, ਸ਼ਹਿਨਸ਼ਾਹ ਦਾ, ਆਲਮਗੀਰ ਦਾ ਫਰਮਾਨ, ਸਾਰੇ ਸੁਣੋ ਨਾਲ ਧਿਆਨ।
ਹਰ ਆਮ ਤੇ ਖਾਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਸ਼ਹਿਨਸ਼ਾਹ ਹਿੰਦ ਅਬਦੁਲ ਮਹੀਉਦੀਨ ਮੁਹੰਮਦ ਔਰੰਗਜ਼ੇਬ ਪਾਤਸ਼ਾਹ ਗਾਜ਼ੀ ਦਾ ਸਾਰੀ ਰਿਆਇਆ ਨੂੰ ਹੁਕਮ ਹੈ ਕਿ ਉਹ ਬਾਦਸ਼ਾਹ ਸਲਾਮਤ ਦਾ ਮਜ਼ਹਬ ਮਤਲਬ ਕਿ ਸ਼ਾਹੀ ਮਜ਼ਹਬ ਕਬੂਲ ਕਰ ਲਵੇ। ਜੋ ਲੋਕ ਬਾਦਸ਼ਾਹ ਸਲਾਮਤ ਦਾ ਮਜ਼ਹਬ ਯਾਨੀ ਕਿ ਸ਼ਾਹੀ ਮਜ਼ਹਬ ਨਹੀਂ ਅਪਣਾਉਣਗੇ ਉਹਨਾਂ ਨੂੰ ਆਪਣੇ ਪੂਜ ਸਥਾਨ ਬਣਾਉਣ ਔਰ ਮਦਰਸੇ ਖੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਨਾ ਹੀ ਉਹ ਤਿਉਹਾਰ ਮਨਾਉਣ, ਚੰਗੇ ਕੱਪੜੇ ਪਹਿਨਣ, ਘੋੜੇ ਜਾਂ ਪਾਲਕੀ ਦੀ ਸਵਾਰੀ ਕਰਨ ਔਰ ਨਾ ਹੀ ਆਪਣੇ ਪਾਸ ਕੋਈ ਹਥਿਆਰ ਰੱਖਣ ਦੇ ਹੱਕਦਾਰ ਹੋਣਗੇ। ਔਰ ਇਸ ਤੋਂ ਇਲਾਵਾ ਸ਼ਾਹੀ ਮਜ਼ਹਬ ਵਾਲਿਆਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਗੈਰ ਸ਼ਾਹੀ ਮਜ਼ਹਬ ਵਾਲਿਆਂ ਨਾਲ ਨਾ ਹੀ ਰਿਸ਼ਤਾ ਨਾਤਾ ਕਰਨ ਅਤੇ ਨਾ ਹੀ ਕੋਈ ਮੇਲ ਜੋਲ ਰੱਖਣ। ਇਸ ਹੁਕਮ ਦੀ ਨਾਫਰਮਾਨੀ ਕਰਨ ਵਾਲਾ ਸ਼ਖਸ ਸਖਤ ਸਜ਼ਾ ਦਾ ਹੱਕਦਾਰ ਹੋਵੇਗਾ। ਰਾਜਾ ਵੇ ਉਹ ਮਜ਼ਬੀ ਰਾਜਾ, ਕੀ ਤੂੰ ਮਜ਼ਹਬ ਫਲਾਉਣਾ? ਅਸੀਂ ਤਾਂ ਦੁਖੜੇ ਸਹਿੰਦੇ ਆਏ, ਅਸੀਂ ਤਾਂ ਦਰਦ ਹੰਡਾਉਣਾ, ਸਾਡੇ ਕਿਸ ਕੰਮ ਆਉਣਾ? ਸਦੀਆਂ ਤੋਂ ਨੇ ਸਾਡੇ ਰਾਜਾ ਰਹੇ ਨਸੀਬੇ ਸੁੱਤੇ, ਇਸ ਨਗਰੀ ਦੇ ਹਾਕਮ ਸਦਾ ਸ਼ੀ ਮੁਕੱਦਮ ਕੁੱਤੇ। ਕੇਹੀ ਸਾਡੀ ਜੂਨੀ ਰਾਜਾ, ਕਰਮ ਸਾਡੇ ਫੁੱਟੇ, ਸਾਡੀ ਮਿਹਨਤ ਦੀ ਯੁੱਗਾਂ ਤੋਂ ਹਰ ਰਾਜਾ ਪਤ ਲੁੱਟੇ। ਜੋ ਰਾਜੇ ਦਾ ਮਜ਼ਹਬ ਹੋਂਦਾ ਉਹੀਓ ਮਜ਼ਹਬ ਸਾਡਾ, ਪਰ ਝੁੱਗੀਆਂ ਤੋਂ ਮਹਿਲਾਂ ਤੱਕ ਦਾ ਪੈਂਡਾ ਬੜਾ ਦੁਰਾਡਾ। ਰਾਜਾ ਵੇ ਉਹ ਮਜ਼ਬੀ ਰਾਜਾ, ਕੀ ਤੂੰ ਮਜ਼ਹਬ ਫਲਾਉਣਾ? ਅਸੀਂ ਤਾਂ ਦੁਖੜੇ ਸਹਿੰਦੇ ਆਏ, ਅਸੀਂ ਤਾਂ ਦਰਦ ਹੰਡਾਉਣਾ, ਸਾਡੇ ਕਿਸ ਕੰਮ ਆਉਣਾ, ਸਾਡੇ ਕਿਸ ਕੰਮ ਆਉਣਾ? ਜੇ ਸੋਚਿਆ ਜਾਵੇ ਆਖਰ ਮਜ਼ਹਬ ਹੈ ਕੀ? ਮਜ਼ਹਬ ਆਪਣੇ ਯੁੱਗ ਦੀ ਇੱਕ ਨਵੀਨਤਮ ਸੋਚ ਹੁੰਦੀ ਹੈ ਜੋ ਆਪਣੇ ਸਮਕਾਲ ਦੀਆਂ ਭ੍ਰਿਸ਼ਟ ਕਦਰਾਂ ਕੀਮਤਾਂ ਨੂੰ ਰੱਦ ਕਰਕੇ ਮਾਨਵਤਾ ਨੂੰ ਗਾਹਾਂ ਸੋਚ ਅਪਣਾਉਣ ਲਈ ਪ੍ਰੇਰਦੀ ਹੈ। ਪਰ ਉਸ ਸਮੇਂ ਦੀ ਰਾਜਕਰਤਾ ਜਮਾਤ ਇਸ ਸੋਚ ਨੂੰ ਆਪਣੇ ਹਿੱਤਾਂ ਦੇ ਖਿਲਾਫ ਸਮਝਦੀ ਹੋਈ ਇਸ ਸੋਚ ਨੂੰ ਬਗਾਵਤ ਗਰਦਾਨ ਕੇ ਉਸ ਸੋਚ ਦੀ ਅਗਵਾਈ ਕਰਨ ਵਾਲੇ ਮਹਾਪੁਰਸ਼ ਨੂੰ ਦੰਡਿਤ ਕਰਦੀ ਹੈ। ਉਹ ਭਾਵੇਂ ਮੁਹੰਮਦ ਹੋਵੇ, ਭਾਵੇਂ ਈਸਾ, ਮਨਸੂਰ ਹੋਵੇ, ਭਾਵੇਂ ਸੁਕਰਾਤ ਜਾਂ ਸਾਡੇ ਗੁਰੂ ਸਾਹਿਬਾਨ ਹੋਣ। ਪਰ ਸਮਾਂ ਗੁਜ਼ਰਨ ਤੇ ਆਵਾਮ ਦਾ ਰੁਝਾਨ ਵੇਖ ਕੇ ਹਾਕਮ ਜਮਾਤ ਇਸ ਨੂੰ ਧਰਮ ਦਾ ਰੂਪ ਦੇ ਕੇ ਸਿਰਫ ਰਵਾਇਤੀ ਤੌਰ ਤੇ ਅਮਲ ਵਿੱਚ ਨਹੀਂ, ਆਪਣੇ ਹਿੱਤਾਂ ਦੀ ਵਰਤੋਂ ਲਈ ਸਵੀਕਾਰ ਕਰ ਲੈਂਦੀ ਹੈ ਅਤੇ ਗੁੰਮਰਾਹ ਹੋਏ ਲੋਕ ਮੁੜ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਸੁਣੋ ਇਸ ਨਾਟਕ ਦਾ ਗੀਤ। ਮਜ਼ਹਬ ਜੋ ਕਿ ਲੋਕ ਪੀੜਾ ਵਿੱਚੋਂ ਜਨਮਦਾ, ਮਜ਼ਹਬ ਜਿਸ ਨੂੰ ਲੋਕ ਖੂਨ ਦੇ ਕੇ ਪਾਲਦੇ, ਮਜ਼ਹਬ ਜਿਹਦੇ ਪਿੱਛੇ ਲੋਕ ਅੰਗ ਅੰਗ ਕੱਟਦੇ, ਚਰਖੀਆਂ ਤੇ ਖੱਲ ਆਪਣੀ ਉਤਾਰਦੇ ਤੇ ਇਹਦੇ ਜਿਸਮ ਨੂੰ ਸਵਾਰਦੇ। ਲੋਕ ਇਹਦੀ ਰੱਖਿਆ ਲਈ ਸੂਲੀ ਚੰਮਦੇ, ਹੱਸ ਹੱਸ ਫਾਂਸੀਆਂ ਤੇ ਚੜ ਜਾਂਦੇ, ਮਿੰਜ ਆਪਣੀ ਦੇ ਨਾਲ ਕਰਕੇ ਮਾਲਸ਼ਾਂ ਜਦੋਂ ਮਾਪੇ ਇਸ ਨੂੰ ਜਵਾਨ ਕਰਦੇ। ਖੁਸ਼ੀ ਵਿੱਚ ਜਾਪਦੇ ਨਾ ਮਿਉਂਦੇ ਮਾਪੜੇ, ਜਦੋਂ ਇਹਦੇ ਸੋਹਣੇ ਡੋਲੇ ਨੇ ਫੜਕਦੇ। ਸੋਚਦੇ ਬੁਢਾਪੇ ਵਿੱਚ ਕੰਮ ਆਏਗਾ, ਦੁੱਖ ਹਰੇਗਾ ਤੇ ਰਾਹ ਰੁਸ਼ਨ ਆਏਗਾ, ਦੁੱਖ ਹਰੇਗਾ ਤੇ ਰਾਹ ਰੁਸ਼ਨ ਆਏਗਾ। ਫਿਰ ਜਦੋਂ ਜ਼ੁਲਮ ਦੀ ਕਾਲੀ ਨੇਰੀ ਆ ਜਾਂਦੀ ਹੈ, ਚਾਰੇ ਕੂਟੀ ਇਸ ਦੀ ਕਾਲਕ ਛਾ ਜਾਂਦੀ ਹੈ। ਬੇਸਹਾਰੇ ਮਾਪੇ ਪੁੱਤਰ ਲੱਭਦੇ ਨੇ, ਕਿੱਥੇ ਗਈ ਡੰਗੋਰੀ ਮਨ ਵਿੱਚ ਖਪਦੇ ਨੇ। ਐ ਪਰ ਉਹ ਡੰਗੋਰੀ ਤਾਂ ਵਿਕ ਜਾਂਦੀ ਹੈ। ਮਾਪਿਆਂ ਨੂੰ ਰਾਹ ਦੱਸਣ ਦੀ ਥਾਂ ਸੋਨੇ ਦੇ ਕੁਝ ਸਿੱਕਿਆਂ ਬਦਲੇ ਰਾਜੇ ਦੇ ਦਰਬਾਨ ਦੇ ਹੱਥ ਵਿੱਚ ਲਾਠੀ ਬਣ ਕੇ ਟਿਕ ਜਾਂਦੀ ਹੈ। ਜ਼ੁਲਮ ਦੀ ਅੱਗ ਵਿੱਚ ਲੋਕ ਜਦੋਂ ਫਿਰ ਲੁੱਚਦੇ ਨੇ, ਪਹਿਲਾਂ ਰਾਜੇ ਦੀ ਨੀਅਤ ਤੇ ਸ਼ੱਕ ਕਰਦੇ, ਫਿਰ ਸਿਆਣੇ ਪੁੱਤਰ ਨੂੰ ਦੁੱਖਾਂ ਦਾ ਕਾਰਨ ਪੁੱਛਦੇ ਨੇ। ਪੁੱਤਰ ਉਦੋਂ ਅਕਲ ਦਾ ਪੰਨਾ ਪੜ੍ਹਦਾ ਹੈ, ਚੱਟ ਲੋਕਾਂ ਤੇ ਦੋਸ਼ ਗੁਨਾਹ ਦਾ ਜੜਦਾ ਹੈ। ਰਾਜਾ ਸਾਡਾ ਨੇਕ ਕਲੰਕ ਅਵਤਾਰਾ ਹੈ, ਦੋਸ਼ ਤੁਹਾਡੇ ਕਰਮਾਂ ਦਾ ਹੀ ਭਾਰਾ ਹੈ। ਤੁਸੀਂ ਹੋ ਦੁਖੀ ਕਿਉਂਕਿ ਭੁੱਲਣ ਹਾਰੇ ਹੋ, ਕਈਆਂ ਜਨਮਾਂ ਤੋਂ ਗੁਨਾਹਗਾਰੇ ਹੋ। ਪੁੱਤਰ ਦੀ ਗੱਲ ਸੁਣ ਕੇ ਮਾਪੇ ਬਹਿ ਜਾਂਦੇ, ਪੁੱਤ ਕਪੁੱਤਰ ਹੋਇਆ ਭੋਲੇ ਕੀ ਜਾਣਨ। ਜ਼ੁਲਮ ਰਾਜੇ ਦਾ ਕਰਮਾਂ ਦਾ ਫਲ ਸਮਝ ਵਿਚਾਰੇ ਸਹਿ ਜਾਂਦੇ। ਜਦੋਂ ਜ਼ੁਲਮ ਦਾ ਭਾਂਬੜ ਉੱਚਾ ਮੱਚਦਾ ਹੈ, ਲੋਕਾਂ ਅੰਦਰ ਖੂਨ ਜੋਸ਼ ਵਿੱਚ ਨੱਚਦਾ ਹੈ। ਰੋਹ ਦੇ ਬਾਣ ਹੱਥਾਂ ਵਿੱਚ ਪਕੜੇ ਜਾਂਦੇ ਨੇ, ਹੱਥ ਪਰ ਮਜ਼ਹਬ ਦੇ ਮੋਹ ਵਿੱਚ ਜਕੜੇ ਜਾਂਦੇ ਨੇ। ਮਜ਼ਹਬ ਤਾਂ ਰਾਜੇ ਨੂੰ ਕੰਮ ਦਿੰਦਾ ਢਾਲਾਂ ਦਾ, ਬਣਦਾ ਪਰਦਾ ਉਸ ਦੀਆਂ ਕਪਟੀਆਂ ਚਾਲਾਂ ਦਾ। ਸਾਰ ਲੈ ਸਾਡੀ ਬੱਚਿਆ ਦੁਖੀ ਕਨੇਰੇ ਹਾਂ, ਤੈਨੂੰ ਗੋਦ ਖੁਡਾਇਆ ਮਾਪੇ ਤੇਰੇ ਹਾਂ। ਉਹ ਕੀ ਤੁਸੀਂ ਖੋਦ ਕਢਾਇਆ? ਮਜ਼ਹਬ ਸੁਣਾਉਂਦਾ ਹੈ, ਬਚਪਨ ਦੇ ਦੁੱਖਾਂ ਦੀ ਕਹਾਣੀ ਪਾਉਂਦਾ ਹੈ। ਉਹ ਚੀਥੜਿਆਂ ਵਿੱਚ ਭਲਿਆ ਭੁੱਖਾਂ ਕੱਟੀਆਂ ਨੇ, ਜੇ ਕਦੇ ਕੁਝ ਮੰਗਿਆ ਘੂਰੀਆਂ ਵੱਟੀਆਂ ਨੇ। ਉਹ ਹੁਣ ਮੈਂ ਰਾਜੇ ਦੇ ਮਹਿਲਾਂ ਵਿੱਚ ਰਹਿੰਦਾ ਹਾਂ, ਸਭ ਕੁਝ ਹੋਵੇ ਹਾਜ਼ਰ,
ਜੋ ਵੀ ਕਹਿੰਦਾ ਹਾਂ ਤੁਹਾਡੇ ਆਖੇ ਲੱਗ ਕੇ ਸਭ ਕੁਝ ਕਰ ਲਵਾਂ, ਉਲਟਾ ਰਾਜੇ ਦੇ ਸੰਗ ਦੁਸ਼ਮਣੀ ਪਾਲ ਲਵਾਂ। ਉਹ ਜਾਓ, ਉਡੀਕਣ ਪਈਆਂ ਤੁਹਾਡੀਆਂ ਝੁੱਗੀਆਂ ਨੇ, ਕੀ ਬਾਜਾਂ ਦਾ ਸਾਥ ਨਿਭਾਉਣਾ ਘੁੱਗੀਆਂ ਨੇ। ਹੋ ਨਿਰਾਸ਼ੇ ਮਾਪੇ ਘਰਾਂ ਨੂੰ ਮੁੜਦੇ ਨੇ, ਆਪਣੇ ਪੁੱਤਰ ਆਪਣੇ ਭਾਗਾਂ ਤੇ ਕਰਮਾਂ ਤੇ ਕੁੱਟਦੇ ਨੇ। ਪੀੜ ਲੁਕਾਈ ਦੀ ਜਦ ਸਿਖਰਾਂ ਛੂੰਦੀ ਹੈ, ਨਵੇਂ ਮਜ਼ਹਬ ਨੂੰ ਫੇਰ ਲੁਕਾਈ ਜਨਮਦੀ ਹੈ। ਆਪਣੇ ਰਤ ਦੀ ਗੁੜਤੀ ਮੂੰਹ ਵਿੱਚ ਚੋਂਦੀ ਹੈ, ਆਪਣੇ ਲਹੂ ਸੰਗ ਉਸ ਨੂੰ ਧੋਂਦੀ ਹੈ। ਭਾਵੇਂ ਆਪ ਤਾਂ ਰੁੱਤ ਸਿਆਲੀ ਠਰਦੀ ਹੈ, ਮਿੰਜ ਬਾਲ ਕੇ ਉਸ ਨੂੰ ਨਿੱਘਿਆ ਕਰਦੀ ਹੈ। ਉਸ ਦੀ ਰੱਖਿਆ ਖਾਤਰ ਸੂਲੀ ਚੜ੍ਹਦੀ ਹੈ, ਮੁੜ ਕੇ ਸੀਸ ਤਲੀ ਦੇ ਉੱਤੇ ਧਰਦੀ ਹੈ। ਪਰ ਕਿਉਂ ਉਹ ਕਪੂਤ ਮਹਿਲੀ ਜਾ ਵੜਦਾ ਤੇ ਸੋਨੇ ਦੇ ਸਿੱਕੇ ਹੱਥ ਵਿੱਚ ਜਾ ਫੜਦਾ। ਜੀਵਨ ਆਪਣਾ ਰਾਜ ਦੇ ਲੇਖੇ ਲਾ ਦਿੰਦਾ ਹੈ, ਆਪਣੇ ਦੁਖੀ ਮਾਪਿਆਂ ਤਾਈਂ ਭੁਲਾ ਦਿੰਦਾ ਹੈ। ਸ਼ਾਲਾ ਐਸਾ ਪੁੱਤਰ ਕਦੇ ਤਾਂ ਜੰਮੇਗਾ, ਜੋ ਆਪਣੇ ਮਾਪਿਆਂ ਦਾ ਹੱਥ ਥੰਮੇਗਾ ਤੇ ਰਾਜੇ ਦੇ ਸਿੱਕਿਆਂ ਨੂੰ ਠੁਕਰਾਏਗਾ, ਜਿਸ ਨੂੰ ਰਾਜ ਮਹਿਲ ਰਾਸ ਨਾ ਆਏਗਾ। ਜੋ ਝੁੱਗੀਆਂ ਦੀ ਰਾਖੀ ਦੇ ਲਈ ਡਟ ਜਾਵੇ ਤੇ ਦੁੱਖ ਚੱਕਰ 84 ਵਾਲੇ ਕੱਟ ਜਾਵੇ। ਇਹ ਜ਼ਰੂਰੀ ਨਹੀਂ ਕਿ ਸਜ਼ਾ ਭੁਗਤਣ ਵਾਲਾ ਦੂਜੇ ਮਜ਼ਹਬ ਦਾ ਹੀ ਹੋਵੇ, ਭਾਵੇਂ ਰਾਜਕਰਤਾ ਜਮਾਤ ਦਾ ਹਮ ਮਜ਼ਹਬ ਹੋਵੇ। ਬਸ ਉਸ ਦੇ ਕਿਸੇ ਵਿਚਾਰ ਵਿੱਚੋਂ ਰਾਜ ਦੇ ਵਿਰੋਧ ਦੀ ਬੋ ਆਉਣੀ ਚਾਹੀਦੀ ਹੈ। ਉਦਾਹਰਨ ਦੇ ਤੌਰ ਤੇ ਔਰੰਗਜ਼ੇਬ ਦੀ ਇਸ ਨੀਤੀ ਦਾ ਸ਼ਿਕਾਰ ਹੋਇਆ ਸਰਮਦ। ਖੈਰ, ਸਾਡੇ ਨਾਟਕ ਦਾ ਕੇਂਦਰੀ ਬਿੰਦੂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੈ। ਜਦੋਂ ਕਸ਼ਮੀਰੀ ਪੰਡਤਾਂ ਦਾ ਇੱਕ ਜਥਾ ਗੁਰੂ ਚਰਨਾਂ ਦਾ ਆਸਰਾ ਲੈਣ ਲਈ ਕਸ਼ਮੀਰ ਤੋਂ ਟੁਰਿਆ ਤਾਂ ਕਸ਼ਮੀਰ ਦੇ ਗਵਰਨਰ ਸ਼ੇਰ ਫਗਾਨ ਦੇ ਸਤਾਏ ਕੁਝ ਪੰਡਤਾਂ ਨੇ ਜੰਗਲ ਵਿੱਚ ਜਾ ਕੇ ਸ਼ਰਨ ਲੈ ਲਈ ਔਰ ਗੁਰੂ ਦੇ ਪਾਸੇ ਤੋਂ ਕਿਸੇ ਸੁੱਖ ਸੁਨੇਹੇ ਦੀ ਉਡੀਕ ਕਰਨ ਲੱਗੇ। ਪੰਡਿਤ ਜੀ, ਤੁਸੀਂ ਮੁੜ ਆਏ? ਕੀ ਆਖਿਆ ਗੁਰੂ ਜੀ ਨੇ? ਗੁਰੂ ਜੀ ਨੇ ਉਚਰਿਆ, ਭਾਈ ਕੁਰਬਾਨੀ ਦੀ ਲੋੜ ਹੈ, ਕਿਸੇ ਮਹਾਪੁਰਸ਼ ਨੂੰ ਸੀਸ ਦੇਣਾ ਪਵੇਗਾ। ਸਭ ਪੰਡਤ ਜਨ ਚੁੱਪ ਹੋ ਗਏ। ਆਪਣੇ ਆਪ ਨੂੰ ਜਿਹੜੇ ਹਮੇਸ਼ਾ ਉੱਚਤਮ ਮਹਾਪੁਰਸ਼ ਸਮਝਦੇ ਸਨ, ਉਹ ਵੀ ਨਾ ਕੁਸਕੇ ਲੱਗੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ, ਜਿਵੇਂ ਕਹਿ ਰਹੇ ਹੋਣ, ਤੂੰ ਮੇਰੇ ਤੋਂ ਵੱਡਾ ਮਹਾਪੁਰਸ਼ ਹੈ, ਮੈਂ ਤਾਂ ਤੇਰੇ ਪੈਰਾਂ ਦੀ ਖਾਕ ਵੀ ਨਹੀਂ। ਕੌਣ ਆਪਣੇ ਆਪ ਨੂੰ ਮਹਾਪੁਰਸ਼ ਕਹੇ, ਕਿਹੜਾ ਸੀਸ ਕਟਵਾਏ। ਸਭ ਚੁੱਪ, ਜਿਵੇਂ ਸੱਪ ਸੂੰਘ ਗਿਆ ਹੋਵੇ। ਤਾਂ ਐਸਾ ਕੌਤਕ ਹੋਇਆ, ਬਾਹਰੋਂ ਖੇਡਦਾ ਖੇਡਦਾ ਗੁਰੂ ਜੀ ਦਾ 9 ਕੁ ਵਰ੍ਹਿਆਂ ਦਾ ਸਾਹਿਬਜ਼ਾਦਾ ਆਪਣੇ ਪਿਤਾ ਦੀ ਗੋਦ ਵਿੱਚ ਆ ਬੈਠਾ। ਸਨਾਟਾ ਵੇਖ ਕੇ ਆਪਣੇ ਗੁਰੂ ਪਿਤਾ ਨੂੰ ਪੁੱਛਣ ਲੱਗਾ, ਪਿਤਾ ਜੀ, ਤੁਸੀਂ ਚੁੱਪ ਕਿਉਂ ਹੋ ਤੇ ਇਹ ਲੋਕ ਕੌਣ ਹਨ, ਕਿੱਥੋਂ ਆਏ ਨੇ? ਗੁਰੂ ਜੀ ਨੇ ਦੱਸਿਆ ਕਿ ਇਹ ਕਸ਼ਮੀਰੀ ਪੰਡਤ ਹਨ, ਦੁਖੀ ਹਨ। ਬਾਦਸ਼ਾਹ ਧੱਕੇ ਨਾਲ ਇਹਨਾਂ ਨੂੰ ਧਰਮ ਬਦਲਣ ਤੇ ਮਜਬੂਰ ਕਰ ਰਿਹਾ ਹੈ। ਸਾਹਿਬਜ਼ਾਦੇ ਨੇ ਪੁੱਛਿਆ ਕਿ ਫਿਰ ਪਿਤਾ ਜੀ, ਇਸ ਦਾ ਹੱਲ ਕੀ ਹੈ? ਗੁਰੂ ਸਾਹਿਬ ਨੇ ਫਰਮਾਇਆ, ਕੁਰਬਾਨੀ। ਪੁੱਤਰ ਜੀ, ਕਿਸੇ ਮਹਾਪੁਰਸ਼ ਨੂੰ ਆਪਣਾ ਸੀਸ ਦੇਣਾ ਪਵੇਗਾ। ਅਸੀਂ ਇਸ ਸਮੱਸਿਆ ਤੇ ਵਿਚਾਰ ਕਰ ਰਹੇ ਹਾਂ ਕਿ ਉਹ ਮਹਾਪੁਰਸ਼ ਕੌਣ ਹੋਵੇ। ਤਾਂ ਸਾਹਿਬਜ਼ਾਦਾ ਅਪੋਲ ਹੀ ਬੋਲ ਉੱਠਿਆ, ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੈ? ਗੁਰੂ ਜੀ ਨੇ ਪੁੱਤਰ ਨੂੰ ਗਲ ਨਾਲ ਲਾ ਲਿਆ, ਮੁਸਕਰਾਏ ਤੇ ਫਿਰ ਬੋਲੇ, ਭਾਈ ਪੰਡਤ ਜਨੋ, ਮੇਰੀ ਚਿੰਤਾ ਮੇਰੇ ਬੱਚੇ ਨੇ ਦੂਰ ਕਰ ਦਿੱਤੀ ਹੈ। ਤੁਸੀਂ ਜਾਓ, ਜਾ ਕੇ ਬਾਦਸ਼ਾਹ ਨੂੰ ਮੇਰਾ ਸੁਨੇਹਾ ਦੇ ਦਿਓ ਕਿ ਜੇ ਉਹ ਤੇਗ ਬਹਾਦਰ ਨੂੰ ਆਪਣੇ ਮਜ਼ਹਬ ਵਿੱਚ ਸ਼ਾਮਲ ਹੋਣ ਲਈ ਮਨਾ ਲਵੇ ਤਾਂ ਅਸੀਂ ਵੀ ਸ਼ਾਹੀ ਮਜ਼ਹਬ ਕਬੂਲ ਕਰ ਲਵਾਂਗੇ। ਕਿੰਨੀ ਨਿਰਮਾਣਤਾ ਨਾਲ ਉਚਰੇ ਸੀ ਗੁਰੂ ਜੀ ਨੇ ਇਹ ਥੋੜੇ ਜਿੰਨੇ ਸ਼ਬਦ। ਕਿੱਡਾ ਵੱਡਾ ਸਹਾਰਾ ਬਣ ਗਏ ਸਾਡੇ ਲਈ। ਇੱਕ ਸ਼ਕਤੀ ਬਖਸ਼ੀ ਹੈ ਇਹਨਾਂ ਸ਼ਬਦਾਂ ਨੇ। ਇੱਕ ਹੌਸਲੇ ਦਾ ਨਿਰਮਾਣ ਹੋਇਆ ਹੈ ਸਾਡੇ ਅੰਦਰ, ਜਿਸ ਆਸਰੇ ਮੈਂ ਕੱਲ ਸ਼ੇਰ ਅਫਗਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਸੁਨੇਹਾ ਦੇ ਸਕਾਂਗਾ। ਪੰਡਿਤ ਜੀ, ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਹਾਂ, ਚਲੋ ਪੰਡਿਤ ਜਨੋ। ਆਖਰ ਗੁਰੂ ਪ੍ਰਚਾਰ ਕਰਦੇ ਹੋਏ, ਲੋਕਾਂ ਨੂੰ ਸਮੇਂ ਦੀ ਹਾਲਤ ਤੋਂ ਜਾਣੂ ਕਰਾਉਂਦੇ ਹੋਏ ਅਤੇ ਆਉਣ ਵਾਲੇ ਸੰਭਾਵਤ ਮੁਸ਼ਕਲਾਂ ਲਈ ਲੋਕਾਂ ਨੂੰ ਤਿਆਰ ਕਰਦੇ ਹੋਏ 6 ਮਹੀਨੇ ਤੱਕ ਦਿੱਲੀ ਵੱਲ ਕੂਚ ਕਰਦੇ ਰਹੇ। ਪਰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ। ਸੁਣੋ ਨਵਾਬ ਸੈਫੁਦੀਨ ਤੋਂ ਵਿਦਾਇਗੀ ਲੈਣ ਦੀ ਇੱਕ ਝਲਕੀ। ਜਦ ਨਾ ਰਿਹਾ ਕੋਈ ਚਾਰਾ, ਜ਼ੁਲਮ ਦਾ ਦੂਰ ਕਰਨ ਅੰਧਿਆਰਾ, ਧਰ ਕੇ ਸੀਸ ਤਲੀ ਤੇ ਤੁਰਿਆ, ਸੂਰਜ ਲੈ ਕੇ ਕਾਫਲਾ। ਇੱਕ ਸੂਰਜ ਨੇ ਰੋਜ਼ ਹੀ ਜਾ ਕੇ
ਰੋਜ਼ ਹੀ ਮੁੜ ਕੇ ਆਉਣਾ। ਜਿਨ੍ਹਾਂ ਰਾਹਾਂ ਤੋਂ ਤੂੰ ਲੰਘ ਗਿਓ ਮੁੜ ਕਦੀ ਪੈਰ ਨਾ ਪਾਉਣਾ। ਤੇਰੀਆਂ ਕਿਰਨਾਂ ਕੱਛਦੇ ਰਹਿਣਾ ਸਾਡੇ ਤੱਕ ਦਾ ਫਾਸਲਾ। ਜਦ ਨਾ ਰਿਹਾ ਕੋਈ ਚਾਰਾ ਜ਼ੁਲਮ ਦਾ ਦੂਰ ਕਰਨ ਅੰਧਿਆਰਾ। ਕਿੱਥੇ ਹੈ ਗੁਰੂ, ਕਿੱਥੇ ਹੈ ਗੁਰੂ? ਉਹ ਟੁਰ ਗਿਆ ਭਲਿਆ ਲੋਕਾ, ਤੂੰ ਦੇਰ ਨਾਲ ਆਇਆ ਹੈ। ਮੇਰੀ ਕਿਸਮਤ ਹੀ ਮਾੜੀ ਹੈ। ਮੈਨੂੰ ਪਤਾ ਲੱਗਿਆ ਸੀ ਕਿ ਗੁਰੂ ਬਾਦਸ਼ਾਹ ਨੂੰ ਮਿਲਣ ਜਾ ਰਿਹਾ ਹੈ। ਮੈਨੂੰ ਇਲਾਕੇ ਦੇ ਗਰੀਬ ਮੁਜ਼ਾਹਰਿਆਂ ਵੱਲੋਂ ਭੇਜਿਆ ਗਿਆ ਹੈ ਕਿ ਮੈਂ ਗੁਰੂ ਨੂੰ ਸਾਡੇ ਦੁੱਖ ਦੱਸਾਂ ਔਰ ਉਹ ਸਾਡੇ ਦੁੱਖ ਬਾਦਸ਼ਾਹ ਸਲਾਮਤ ਤੱਕ ਪਹੁੰਚਾਵੇ। ਕਈ ਸਾਲਾਂ ਤੋਂ ਬਾਰਿਸ਼ ਨਹੀਂ ਹੋਈ, ਖੂਹ ਬਹੁਤ ਹੀ ਘੱਟ ਹਨ, ਇਲਾਕੇ ਵਿੱਚ ਕਾਲ ਪੈਣ ਵਰਗੀ ਹਾਲਤ ਹੈ। ਅਹਿਲਕਾਰ ਸਾਡੇ ਦੁੱਖ ਨਹੀਂ ਸੁਣਦੇ, ਸਗੋਂ ਜਾਗੀਰਦਾਰਾਂ ਨਾਲ ਰਲ ਕੇ ਸਾਨੂੰ ਦੁੱਖ ਦਿੰਦੇ ਤੇ ਜ਼ਬਰ ਢਾਉਂਦੇ ਹਨ। ਪਰ ਇਹ ਸਭ ਕੁਝ ਤੁਹਾਨੂੰ ਦੱਸਣ ਦਾ ਕੀ ਫਾਇਦਾ? ਉਹ ਤਾਂ ਚਲਿਆ ਗਿਆ ਏ। ਮੈਂ ਕਿਹਾ ਬਦਕਿਸਮਤ ਹਾਂ। 20 ਕੋਹ ਤਾਂ ਮੈਂ ਇਦਾਂ ਮੁਕਾ ਲਏ ਸਨ ਜਿਵੇਂ ਹਵਾ ਦੇ ਘੋੜੇ ਤੇ ਚੜ੍ਹ ਕੇ ਆਇਆ ਹੋਵਾਂ। ਲੇਕਿਨ ਹੁਣ ਪਛਾਣ ਨੂੰ ਪਰਤਣ ਲਈ ਇੱਕ ਕਦਮ ਪੁੱਟਣਾ ਵੀ ਮੁਹਾਲ ਹੈ। ਤੇਰਾ ਆਉਣਾ ਚੰਗਾ ਹੈ ਭਲਿਆ ਲੋਕਾ। ਤੂੰ ਉਹਨਾਂ ਲੋਕਾਂ ਦੇ ਦੀਦਾਰ ਕਰ ਜਿਨ੍ਹਾਂ ਨੂੰ ਗੁਰਾਂ ਨਾਲ ਗੁਫ਼ਤਗੂ ਕਰਨ ਦਾ ਮੌਕਾ ਹਾਸਲ ਹੋਇਆ ਹੈ। ਤੂੰ ਇਸ ਰਾਹ ਦੀ ਮਿੱਟੀ ਚੁੱਕ ਕੇ ਮੱਥੇ ਨਾਲ ਲਾ ਲੈ, ਕਿਉਂਕਿ ਉਹ ਹੁਣੇ ਹੀ ਇਸ ਰਾਹ ਤੋਂ ਗੁਜ਼ਰਿਆ ਹੈ। ਬਾਕੀ ਰਹੀ ਤੇਰੇ ਦੁੱਖਾਂ ਦੀ ਗੱਲ, ਉਹ ਸਭ ਕੁਝ ਜਾਣਦਾ ਹੈ। ਤੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਜਾ ਕੇ ਦੱਸ ਦੇ ਕਿ ਉਹ ਜਾਣਦਾ ਹੈ ਕਿ ਲੋਕਾਂ ਤੇ ਕੀ ਕੀ ਜ਼ੁਲਮ ਹੋ ਰਿਹਾ ਹੈ, ਕੀ ਕੀ ਜ਼ਬਰ ਢਾਇਆ ਜਾ ਰਿਹਾ ਹੈ। ਇਸੇ ਲਈ ਉਹ ਬਾਦਸ਼ਾਹ ਕੋਲ ਖੁਦ ਜਾ ਰਿਹਾ ਹੈ। ਕਾਲੀ ਨਗਰੀ ਦੇ ਰਾਜੇ ਨੂੰ ਜਦ ਵੀ ਚਾਨਣ ਦੀ ਸੂ ਆਵੇ, ਝੱਟ ਜਲਾਦਾਂ ਨੂੰ ਸਦਵਾ ਕੇ ਸੂਈਆਂ ਕਿਰਨਾਂ ਕਤਲ ਕਰਾਵੇ। ਤੂੰ ਕਿਹਾ ਸੂਰਜ ਜੋ ਆਪੇ ਟੁਰ ਚੱਲਿਆ ਏ ਕਤਲਗਾ। ਜਦ ਨਾ ਰਿਹਾ ਕੋਈ ਚਾਰਾ ਜ਼ੁਲਮ ਦਾ ਦੂਰ ਕਰਨ ਅੰਧਿਆਰਾ। ਇੱਕ ਦੀ ਅੱਖ ਦਾ ਤਾਰਾ ਟੁਰਿਆ, ਇੱਕ ਦੇ ਸਿਰ ਦਾ ਸਾਈਂ। ਧਰਤੀ ਜੇਡੇ ਜਿਗਰੇ ਸਾਂਭੇ, ਇੱਕ ਨਾ ਹਿੰਜ ਵਗਾਈ। ਨੰਨੇ ਜੇ ਇੱਕ ਪੁੱਤਰ ਟੋਰਿਆ, ਹੱਸ ਮਕਤਲ ਵੱਲ ਬਾਬਲਾ। ਜਦ ਨਾ ਰਿਹਾ ਕੋਈ ਚਾਰਾ ਜ਼ੁਲਮ ਦਾ ਦੂਰ ਕਰਨ ਅੰਧਿਆਰਾ। ਧਰ ਕੇ ਸੀਸ ਤਲੀ ਤੇ ਟੁਰਿਆ, ਸੂਰਜ ਲੈ ਕੇ ਕਾਫਲਾ। ਪਰ ਔਰੰਗਜ਼ੇਬ ਮਾਮਲਾ ਆਪਣੇ ਇੱਕ ਬਹੁਤ ਹੀ ਵਿਸ਼ਵਾਸਯੋਗ ਅਹਿਲਕਾਰ ਨੂੰ ਸੌਂਪ ਕੇ ਦਿੱਲੀ ਛੱਡ ਗਿਆ। ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ, ਉੱਪਰੋਂ ਬਾਦਸ਼ਾਹ ਸਲਾਮਤ ਦਾ ਹੁਕਮ ਆ ਗਿਆ ਹੈ। ਯਾ ਖੁਦਾ ਉਸ ਪੀਰ ਨੂੰ ਮੱਤ ਦੇ ਕੇ ਉਹ ਸ਼ਾਹੀ ਮਜ਼ਹਬ ਕਬੂਲ ਕਰ ਲਵੇ। ਜਦੋਂ ਬਾਦਸ਼ਾਹ ਸਲਾਮਤ ਮੁਹਿੰਮ ਤੋਂ ਵਾਪਸ ਆਉਣ ਤਾਂ ਮੈਂ ਉਹਨਾਂ ਨੂੰ ਇਹ ਖੁਸ਼ੀ ਭਰੀ ਖਬਰ ਸੁਣਾ ਸਕਾਂ। ਪਹਿਲੀ ਵਾਰ ਬਾਦਸ਼ਾਹ ਸਲਾਮਤ ਨੇ ਮੈਨੂੰ ਐਡਾ ਅਹਿਮ ਕੰਮ ਸੌਂਪਿਆ ਹੈ। ਪਹਿਲੀ ਵਾਰ ਮੇਰੇ ਤੇ ਇਹਨਾਂ ਯਕੀਨ ਕੀਤਾ ਹੈ ਔਰ ਮੈਂ ਅਜੇ ਤੱਕ ਕੁਝ ਵੀ ਨਹੀਂ ਕਰ ਸਕਿਆ। ਉਹ ਇਹ ਕੰਮ ਤਾਂ ਬਾਦਸ਼ਾਹ ਸਲਾਮਤ ਨੂੰ ਖੁਦ ਕਰਨਾ ਚਾਹੀਦਾ ਸੀ। ਆਦਾਬ अर्ज है हजूर। कोतवाल, तेरे चेहरे ते चमक है, तेरे होठा ते मुस्कुराहट है। तू जरूर खुशी की खबर सुनाएगा। तू हुणे कह देवेगा कि उस पीर ने शाही मजहब कबूल कर लिया है और शाही मजहब के सब तो उच्चे अहदे लई हाँ कर दी है। ये सच है तो हुणे खुश नवीस नूं बुला के बादशाह सलामत नूं एक खुशी भरी खबर भिजवावां। छेती बोल। ਅਜਿਹਾ ਕੁਝ ਨਹੀਂ ਹੋਇਆ ਹਜ਼ੂਰ। है अच्छा कुछ नहीं होया तो की होया है? ਹਜ਼ੂਰ, ਪੀਰ ਤੇਗ ਬਹਾਦਰ ਨੇ ਸ਼ਾਹੀ ਮਜ਼ਹਬ ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। साफ इनकार कर देता है। ਜੀ ਹਜ਼ੂਰ। ਜਦੋਂ ਉਸਨੇ ਇਨਕਾਰ ਕੀਤਾ तो उसके चेहरे ਵੱਲ ਤੱਕਿਆ ਸੀ? ਜੀ ਹਜ਼ੂਰ। ਕੀ ਤੂੰ ਮਹਿਸੂਸ ਨਹੀਂ ਕੀਤਾ ਕਿ ਉਸ ਸਮੇਂ ਉਸਦੇ ਚਿਹਰੇ ਤੇ ਕੋਈ ਫਿਕਰ ਦੇ ਨਿਸ਼ਾਨ ਹੋਣ? ਉਸਦੀਆਂ ਅੱਖਾਂ ਵਿੱਚ ਤਸੀਹੇ ਜਾਂ ਮੌਤ ਦਾ ਖੌਫ? ਮਤਲਬ ਕਿ ਤੂੰ ਇਹੀ ਗੱਲ ਨਹੀਂ ਪਾਪੀ ਉਸਦੇ ਚਿਹਰੇ ਤੋਂ? ਨਹੀਂ ਹਜ਼ੂਰ, ਉੱਕਾ ਹੀ ਨਹੀਂ। ਕਿ ਉਸ ਨੂੰ ਜ਼ਾਹਿਰਾ ਤੌਰ ਤੇ ਦੱਸ ਦਿੱਤਾ ਗਿਆ ਸੀ ਕਿ ਜੋ ਸ਼ਾਹੀ ਮਜ਼ਹਬ ਕਬੂਲ ਨਹੀਂ ਕਰੇਗਾ ਤਾਂ ਉਸ ਨੂੰ ਮੌਤ ਮਿਲੇਗੀ? ਸਾਫ਼ ਤੌਰ ਤੇ ਦੱਸ ਦਿੱਤਾ ਗਿਆ ਸੀ ਹਜ਼ੂਰ। ਇਹ ਜਾਣ ਕੇ ਵੀ ਉਸਦੇ ਚਿਹਰੇ ਤੇ ਫਿਕਰ ਦਾ ਕੋਈ ਨਿਸ਼ਾਨ ਨਹੀਂ ਸੀ? ਬਿਲਕੁਲ ਨਹੀਂ ਹਜ਼ੂਰ, ਸਗੋਂ ਉਹ ਮੁਸਕਰਾ ਰਿਹਾ ਸੀ। और ऐसे लिए तू मुस्कुरा रहा है, यानी कि मैं परेशान हाँ, उधर बादशाह सलामत परेशान हन और तू जिसका इस कारगुजारी विच बड़ा वड्डा हथ है, तू साडे ते मुस्कुरा रहा है। ਮੈਂ ਕਿਸੇ ਤੇ ਨਹੀਂ ਮੁਸਕਰਾ ਰਿਹਾ ਹਜ਼ੂਰ।
ਇਹ ਮੁਸਕਰਾਹਟ ਮੇਰੇ ਵੱਸ ਵਿੱਚ ਨਹੀਂ। ਕੀ ਮਤਲਬ? ਗੁਸਤਾਖੀ ਮਾਫ ਹਜ਼ੂਰ, ਮੈਂ ਪਹਿਲੀ ਵੇਰ ਜ਼ਿੰਦਗੀ ਨੂੰ ਮੌਤ ਤੇ ਮੁਸਕਰਾਉਂਦਿਆਂ ਤੱਕਿਆ ਹੈ। ਮੈਂ ਆਪਣੇ ਹੱਥੀਂ ਆਪਣੀ ਜ਼ਿੰਦਗੀ 'ਚ ਬਹੁਤ ਲੋਕਾਂ ਨੂੰ ਤਸੀਹੇ ਦਿੱਤੇ ਹਨ, ਕੋਇਆ ਹੈ, ਲੇਕਿਨ ਸਾਰੇ ਹੀ ਜੇ ਗਿੜਗੜਾਏ ਨਹੀਂ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਮੌਤ ਦਾ ਸਹਿਮ ਜ਼ਰੂਰ ਤੱਕਿਆ ਹੈ। ਪਰ ਇੱਥੇ ਤਾਂ ਕੰਮ ਹੀ ਉਲਟਾ ਹੈ। ਤਾਂ ਤੂੰ ਜ਼ਿੰਦਗੀ ਨੂੰ ਮੌਤ ਤੇ ਮੁਸਕਰਾਉਂਦਿਆਂ ਤੱਕਿਆ ਹੈ? ਜੀ ਹਾਂ, ਤੇ ਇਸ ਲਈ ਤੂੰ ਮੁਸਕਰਾ ਰਿਹਾ ਹੈ? ਜੀ ਹਾਂ, ਜੇ ਮੈਂ ਸੱਚਮੁੱਚ ਹੀ ਮੁਸਕਰਾ ਰਿਹਾ ਤਾਂ। ਤੈਨੂੰ ਪਤਾ ਹੈ ਤੂੰ ਕੀ ਕਹਿ ਰਿਹਾ ਹੈ? ਮੈਂ ਆਪਣੀ ਮੁਸਕਰਾਹਟ ਦਾ ਕਾਰਨ ਦੱਸਿਆ ਹੈ। तेरी मुस्कुराहट मेरी परेशानी ਵਿੱਚ ਵਾਧਾ ਕਰ ਰਹੀ ਹੈ ਔਰ ਮੇਰੀ ਪਰੇਸ਼ਾਨੀ ਬਾਦਸ਼ਾਹ ਸਲਾਮਤ ਦੀ ਪਰੇਸ਼ਾਨੀ ਹੈ, ਕਿਉਂਕਿ ਮੈਂ ਉਹਨਾਂ ਵੱਲੋਂ ਸੌਂਪਿਆ ਕੰਮ ਨਿਭਾ ਰਿਹਾ ਹਾਂ। ਯਾ ਖੁਦਾ, ਇਹ ਕਿਵੇਂ ਹੋ ਸਕਦਾ ਹੈ ਕਿ ਸਲਤਨਤ ਦਾ ਇੱਕ ਅਹੁਦੇਦਾਰ ਕੰਮ ਨੂੰ ਨਿਭਾਉਣ ਲਈ ਫਿਕਰਮੰਦ ਹੋਵੇ, ਪਰੇਸ਼ਾਨੀ ਚੋਂ ਗੁਜ਼ਰ ਰਿਹਾ ਹੋਵੇ, ਔਰ ਦੂਜਾ ਉਸੇ ਕੰਮ ਲਈ ਪਰੇਸ਼ਾਨੀ ਤੋਂ ਕੋਹਾਂ ਦੂਰ ਕੇਵਲ ਮੁਸਕਰਾ ਰਿਹਾ ਹੋਵੇ? ਇਹ ਨਮਕ ਹਰਾਮੀ ਹੈ। ਇਹ ਕੁਫਰ ਹੈ, ਝੂਠ ਹੈ। ਕਸਮ ਖੁਦਾ ਦੀ, ਮੈਂ ਆਪਣਾ ਕੰਮ ਦੀਨ ਈਮਾਨ ਨਾਲ ਨਿਭਾ ਰਿਹਾ ਹਾਂ। ਜੋ ਹੁਕਮ ਆਪਨੇ ਦਿੱਤਾ ਹੈ ਮੈਂ ਪੂਰਾ ਕੀਤਾ ਹੈ। ਪ੍ਰੇਤਾਂ ਵਾਲੀ ਹਵੇਲੀ ਤੋਂ ਲੈ ਕੇ ਉਸ ਪੀਰ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਰੱਖਣ ਤੱਕ ਮੈਂ ਹਰ ਕੰਮ ਸਖਤੀ ਨਾਲ ਨਿਭਾਇਆ ਹੈ। ਆਪ ਹੁਣ ਵੀ ਜਾ ਕੇ ਮੁਆਇਨਾ ਕਰ ਸਕਦੇ ਹੋ ਕਿ ਉਹ ਪਿੰਜਰੇ ਵਿੱਚ ਕਿਵੇਂ ਦੁੱਖ ਜਰ ਰਿਹਾ ਹੈ ਔਰ ਪਹਿਰੇਦਾਰਾਂ ਦੀਆਂ ਨੰਗੀਆਂ ਤਲਵਾਰਾਂ ਕਿਵੇਂ ਉਸ ਦੇ ਸਿਰ ਤੇ ਮੰਡਰਾ ਰਹੀਆਂ ਹਨ। ਤਾਂ ਉਹ ਨਹੀਂ ਮੰਨਦਾ। ਹਜ਼ੂਰ, ਸ਼ਾਇਦ ਮੁਫਤੀ ਆਜ਼ਮ ਤਸ਼ਰੀਫ ਲਿਆਏ ਹਨ। मुफ्ती आजम, एक ही में हो सकता है। ओह, आओ हजूर, मेरी खुशनसीबी है कि आपने कदम रख के मेरे गरीब खाने ਨੂੰ पाक ਕੀਤਾ ਹੈ। आपने ਮੈਨੂੰ याद फरमाया ਹੁੰਦਾ मैं खुद हाजिर हो जाना ਸੀ। आपने बहुत तकल्लुफ ਕੀਤਾ। ਤਕੱਲਫ ਕੈਸਾ, ਮੇਰਾ ਆਉਣਾ ਬਹੁਤ ਜ਼ਰੂਰੀ ਸੀ। ਫਿਰ ਬਾਦਸ਼ਾਹ ਸਲਾਮਤ ਦੀ ਗੈਰ ਹਾਜ਼ਰੀ ਵਿੱਚ ਆਪ ਉਹਨਾਂ ਦਾ ਕੰਮ ਨਿਭਾ ਰਹੇ ਹੋ। आपकी ज़रा नवाजी है और बादशाह सलामत दी नजर इनायत। फरमाइए हजूर दे मिजाज अच्छे हैं? ਖੁਦਾ ਦਾ ਸ਼ੁਕਰ ਹੈ। ਹਾਂ ਫਰਮਾਓ, ਕੀ ਉਸ ਪੀਰ ਨੇ ਸ਼ਾਹੀ ਮਜ਼ਹਬ ਕਬੂਲ ਕਰ ਲਿਆ ਹੈ? नहीं मेरे आका, अजय नहीं। ਮੈਂ ਸੁਣਿਆ ਆਪ ਨੇ ਉਸ ਪੀਰ ਨੂੰ ਸ਼ਾਹੀ ਮਜ਼ਹਬ ਦਾ ਸਭ ਤੋਂ ਉੱਚਾ ਰੁਤਬਾ ਦੇਣਾ ਮੰਨਿਆ ਹੈ। ਮੁਆਫ ਕਰਨਾ, ਬੇਸ਼ੱਕ ਹਕੂਮਤ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਮੇਰਾ ਕੰਮ ਨਹੀਂ, ਲੇਕਿਨ ਇਹ ਸਵਾਲ ਮਜ਼ਹਬ ਨਾਲ ਤਾਲੁਕ ਰੱਖਦਾ ਹੈ। आपने वजह फरमाया है। ਆਖਿਰ ਕਿਉਂ? मेरे आका, उसका शाही मजहब कबूल करना सियासी तौर पर हुकूमत ਲਈ बहुत ज़रूरी है। ਲੇਕਿਨ ਇਸ ਮਸਲੇ ਤੇ ਮੇਰੀ ਰਾਏ ਲੈਣੀ ਵੀ ਜ਼ਰੂਰੀ ਸੀ, ਕਿਉਂਕਿ ਮਸਲਾ ਮਜ਼ਹਬ ਨਾਲ ਤਾਲੁਕ ਰੱਖਦਾ ਹੈ। ਬਾਦਸ਼ਾਹ ਸਲਾਮਤ ਨੇ ਤੁਹਾਨੂੰ ਹਕੂਮਤ ਦਾ ਕੰਮ ਸਪੁਰਦ ਕੀਤਾ ਹੈ। ਮਜ਼ਹਬੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ। गुस्ताखी माफ हजूर, ये करना बहुत ज़रूरी सी। ਯਾਨੀ ਕਿ ਮੁਫਤੀ ਆਜ਼ਮ ਤੋਂ ਉੱਚਾ, ਮਤਲਬ ਕਿ ਮੇਰੇ ਤੋਂ ਵੀ ਉੱਚਾ ਰੁਤਬਾ ਪੇਸ਼ ਕਰਨਾ ਜ਼ਰੂਰੀ ਸੀ। जी हजूर। ਤੂੰ ਜਾਣਦਾ ਹੈ ਤੂੰ ਕੀ ਕਹਿ ਰਿਹਾ ਹੈ? ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਬਾਦਸ਼ਾਹ ਸਲਾਮਤ ਕੋਲ ਮੈਂ ਤੇਰੀ ਸ਼ਿਕਾਇਤ ਕਰਾਂਗਾ। गुस्ताखी माफ हजूर, ये सब बादशाह सलामत के हुक्म नाल ही हुआ है। ਬਾਦਸ਼ਾਹ ਸਲਾਮਤ ਦੇ ਹੁਕਮ ਨਾਲ? ਯਾਨੀ ਕਿ ਬਾਦਸ਼ਾਹ ਸਲਾਮਤ ਨੇ ਸ਼ਾਹੀ ਮਜ਼ਹਬ ਦਾ ਐਡਾ ਉੱਚਾ ਅਹੁਦਾ ਉਸ ਪੀਰ ਲਈ ਪੇਸ਼ ਕਰਨ ਦਾ ਹੁਕਮ ਦਿੱਤਾ? ਨਹੀਂ, ਇਹ ਨਹੀਂ ਹੋ ਸਕਦਾ। लेकिन ये सच है हजूर। ਹੋ ਸਮਝਿਆ। ਬਾਦਸ਼ਾਹ ਸਲਾਮਤ ਨੇ ਸਿਆਸੀ ਚਾਲ ਚੱਲੀ ਹੈ ਕਿ ਲਾਲਚ ਵਿੱਚ ਆ ਕੇ ਇੱਕ ਵਾਰ ਉਹ ਪੀਰ ਸ਼ਾਹੀ ਮਜ਼ਹਬ ਕਬੂਲ ਕਰ ਲਵੇ, ਫਿਰ ਰੁਤਬਾ ਕਿਸ ਨੇ ਦੇਣਾ ਹੈ? नहीं हजूर नहीं। बादशाह सलामत ने मुकद्दस किताब की कसम खा के कहा सी कि जे वो पीर शाही मजहब कबूल कर लवे तो उसनूं उच्च दे पीर दा रुतबा दे देणगे। ਤੁਸੀਂ ਕਿਉਂ ਨਹੀਂ ਸਮਝਦੇ ਮੇਰੇ ਆਕਾ ਕਿ ਉਸ ਪੀਰ ਦਾ ਸ਼ਾਹੀ ਮਜ਼ਹਬ ਕਬੂਲ ਕਰਨਾ ਸਿਆਸੀ ਤੌਰ ਤੇ ਹਕੂਮਤ ਲਈ ਕਿੰਨਾ ਜ਼ਰੂਰੀ ਹੈ? ਐ ਪਰਵਰਦਗਾਰ, ਇਹ ਮੈਂ ਕੀ ਸੁਣ ਰਿਹਾ ਹਾਂ? ਤਾਂ ਕੀ ਉਸ ਪੀਰ ਨੂੰ ਤੁਸਾਂ ਰੁਤਬਾ ਪੇਸ਼ ਕੀਤਾ ਜੀ ਹਾਂ ਮੇਰੇ ਆਕਾ। ਤੇ ਉਸਨੇ ਕਬੂਲ ਕੀਤਾ? ਇਹੋ ਤਾਂ ਦੁੱਖ ਹੈ ਮੇਰੇ ਆਕਾ ਕਿ ਉਸਨੇ ਕਬੂਲ ਨਹੀਂ ਕੀਤਾ। ਤਾਂ ਤੂੰ ਔਰ ਬਾਦਸ਼ਾਹ ਸਲਾਮਤ ਉਸ ਨੂੰ ਰੁਤਬਾ ਦੇਣ ਤੇ ਤੁਲੇ ਹੋਏ ਹੋ। ਜੀ ਹਾਂ, ਜੇਕਰ ਮਨਜ਼ੂਰ ਕਰ ਲਵੇ ਤਾਂ। ਠੀਕ ਹੈ, ਤਾਂ ਮੈਨੂੰ ਹੱਜ ਦੀ ਤਿਆਰੀ ਕਰਨੀ ਚਾਹੀਦੀ ਹੈ। ਹੁਣ ਮੈਂ ਕਾਫੀ ਬੁੱਢਾ ਹੋ ਚੁੱਕਾ ਹਾਂ, ਸ਼ਾਇਦ ਮਜ਼ਹਬ ਦੀ ਹੋਰ ਖਿਦਮਤ ਕਰਨ ਦੇ ਮੈਂ ਕਾਬਲ ਨਹੀਂ ਰਿਹਾ। ਯਾ ਮੇਰੇ ਮੌਲਾ ਰਹਿਮ ਕਰ। ਮੇਰੇ ਆਕਾ ਰੁਕੋ, ਮੇਰੀ ਪਰੇਸ਼ਾਨੀਆਂ ਵਿੱਚ ਹੋਰ ਵਾਧਾ ਨਾ ਕਰੋ। ਮੈਨੂੰ ਇਸ ਮਾਮਲੇ ਵਿੱਚ ਆਪ ਦੀ ਸਲਾਹ ਦੀ ਲੋੜ ਹੈ। ਮੈਨੂੰ ਇਸ ਤਰ੍ਹਾਂ ਪਰੇਸ਼ਾਨ ਛੱਡ ਕੇ ਨਾ ਜਾਓ। ਮੈਂ ਕੀ ਸਲਾਹ ਦੇ ਸਕਦਾ ਹਾਂ? ਹਾਂ, ਲੇਕਿਨ ਫਿਰ ਵੀ ਮੈਂ ਤੇਰੇ ਕਿਸੇ ਕੰਮ ਆ ਸਕਾਂ। ਹਾਂ, ਪੁੱਛ, ਕੀ ਪੁੱਛਣਾ ਹੈ? ਮੇਰੇ ਆਕਾ, ਉਸ ਪੀਰ ਨੇ ਬਾਦਸ਼ਾਹ ਵੱਲੋਂ ਰੁਤਬੇ ਦੀ ਪੇਸ਼ਕਸ਼ ਦੇ ਬਾਵਜੂਦ ਸ਼ਾਹੀ ਮਜ਼ਹਬ ਕਬੂਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਕੀ ਕੀਤਾ ਜਾਵੇ? ਹੁਣ ਉਸ ਨੂੰ ਦੁਬਾਰਾ ਰੁਤਬਾ ਪੇਸ਼ ਕਰਨ ਦੀ ਲੋੜ ਨਹੀਂ। ਉਸ ਨੂੰ ਫੌਰਨ ਕਤਲ ਕਰਵਾ ਦਿਓ। नहीं मेरे आका, कत्ल नहीं, कत्ल करना बहुत सौखा है।
ਤੁਸੀਂ ਕਿਉਂ ਨਹੀਂ ਸਮਝਦੇ ਮੇਰੇ ਆਕਾ ਕਿ ਉਸ ਦਾ ਸ਼ਾਹੀ ਮਜ਼ਹਬ ਕਬੂਲ ਕਰਨਾ ਬਹੁਤ ਜ਼ਰੂਰੀ ਹੈ। ਬਾਦਸ਼ਾਹ ਸਲਾਮਤ ਨੇ ਅੱਜ ਫਿਰ ਰੁਕਾ ਭੇਜਿਆ ਹੈ ਕਿ ਕਤਲ ਕਰਨ ਨਾਲੋਂ ਸ਼ਾਹੀ ਮਜ਼ਹਬ ਕਬੂਲ ਕਰਾਉਣ ਦੀ ਕੋਸ਼ਿਸ਼ ਕਰੋ। ਲਾਲਚ ਤੁਸਾਂ ਦੇ ਕੇ ਦੇਖ ਲਿਆ, ਹੁਣ ਸਜ਼ਾ ਦੇਵੋ, ਸਖਤ ਸਜ਼ਾ। ਲੋਹੇ ਦੇ ਪਿੰਜਰੇ ਵਿੱਚ ਬੰਦ ਹੈ ਹਜ਼ੂਰ, ਇਸ ਤੋਂ ਸਖਤ ਸਜ਼ਾ ਹੋਰ ਕੀ ਹੋ ਸਕਦੀ ਹੈ? ਫਿਰ ਮੌਤ ਦਾ ਹੁਕਮ ਦੇਵੋ। ਹਾਂ, ਲੇਕਿਨ ਭੁੱਲ ਕੇ ਵੀ ਉਸ ਨਾਲ ਰੁਤਬੇ ਦੀ ਗੱਲ ਨਹੀਂ ਕਰਨੀ। ਨਹੀਂ ਕਰਾਂਗਾ ਹਜ਼ੂਰ, ਹਰਗਿਜ਼ ਨਹੀਂ ਕਰਾਂਗਾ। ਇਹ ਦੋਵੇਂ ਉਸ ਨੂੰ ਮਾਰਨਾ ਚਾਹੁੰਦੇ ਨੇ। ਇੱਕ ਉਸ ਦੀ اخلاقی ਮੌਤ ਚਾਹੁੰਦਾ ਹੈ ਤਾਂ ਕਿ ਉਹ ਨਾ ਸਿਰਫ ਬਾਦਸ਼ਾਹ ਦੀ ਕਰੋਪੀ ਤੋਂ ਹੀ ਬਚ ਸਕੇ, ਸਗੋਂ ਬਾਦਸ਼ਾਹ ਤੋਂ ਮਨਸਬ, ਜਾਗੀਰਾਂ ਔਰ ਹੋਰ ਬਖਸ਼ਿਸ਼ਾਂ ਹਾਸਲ ਕਰ ਸਕੇ। ਔਰ ਦੂਜਾ ਉਸ ਦੀ ਜਿਸਮਾਨੀ ਮੌਤ ਚਾਹੁੰਦਾ ਹੈ ਤਾਂ ਕਿ ਉਹ ਪੀਰ ਇਸ ਦੀ ਥਾਂ ਨਾ ਲੈ ਲਵੇ ਔਰ ਆਪ ਸਦਾ ਮਜ਼ਹਬ ਦਾ ਠੇਕੇਦਾਰ ਬਣਿਆ ਰਹੇ। ਲੇਕਿਨ ਉਹ ਮਰ ਕੇ ਵੀ ਨਹੀਂ ਮਰੇਗਾ। ਯਾ ਖੁਦਾ, ਉਸ ਦੀ ਮਦਦ ਕਰ। ਇਸ ਨੂੰ ਤੂੰ ਨਮਕ ਹਲਾਲੀ ਕਹਿੰਦਾ ਹੈ। ਇਹ ਮੇਰਾ ਜਾਤੀ ਮਾਮਲਾ ਹੈ। ਮੈਂ ਆਪ ਦੇ ਹਰ ਹੁਕਮ ਦੀ ਤਾਮੀਲ ਕੀਤੀ ਹੈ। ਤਾਂ ਜਾਓ, ਜਾ ਕੇ ਜਲਾਦ ਤਿਆਰ ਕਰੋ। ਕੱਲ ਸਵੇਰੇ ਉਸ ਪੀਰ ਦੀਆਂ ਅੱਖਾਂ ਸਾਹਮਣੇ ਉਸ ਦੇ ਮਰੀਜ਼ ਤੜਪਾ ਤੜਪਾ ਕੇ ਮਾਰੇ ਜਾਣਗੇ। ਇੱਕ ਨੂੰ ਆਰੇ ਨਾਲ ਚੀਰਿਆ ਜਾਏਗਾ, ਦੂਜੇ ਨੂੰ ਦੇਗੇ ਵਿੱਚੋਂ ਬਾਲਿਆ ਜਾਏਗਾ, ਤੀਜੇ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ। ਫਿਰ ਉਸ ਨੂੰ ਪਤਾ ਲੱਗੇਗਾ ਕਿ ਮੌਤ ਕੀ ਚੀਜ਼ ਹੁੰਦੀ ਹੈ। ਸਿਰਫ ਮੌਤ ਦਾ ਲਫ਼ਜ਼ ਮੌਤ ਦੇ ਮਾਇਨੇ ਨਹੀਂ ਸਮਝਾ ਸਕਦਾ। ਫਿਰ ਵੇਖਾਂਗਾ ਕਿ ਜ਼ਿੰਦਗੀ ਮੌਤ ਤੇ ਕਿਵੇਂ ਮੁਸਕਰਾਉਂਦੀ ਹੈ। ਵੇਖਿਆ, ਤੇਰੀ ਮੁਸਕਰਾਹਟ ਤਾਂ ਹੁਣੇ ਹੀ ਗਾਇਬ ਹੋ ਗਈ। ਜਾਓ, ਜਾ ਕੇ ਤਿਆਰੀ ਕਰੋ। ਆਰਾ ਚੱਲਦਾ ਸਿਦਕ ਨਹੀਂ ਹੱਲਦਾ, ਜ਼ੁਲਮ ਦੇ ਹੱਥ ਕੰਬ ਗਏ, ਉਹ ਤਖਤ ਡੋਲਿਆ। ਐਸਾ ਲਹੂ ਦਾ ਫੁਹਾਰਾ ਚੱਲਿਆ, ਸਾਰਾ ਸ਼ਹਿਰ ਸੂਹਾ ਹੋ ਗਿਆ, ਤਾਜ ਰੰਗਿਆ। ਜ਼ੁਲਮ ਸਾਹਮਣੇ ਸਿਦਕ ਨਹੀਂ ਝੁਕਿਆ, ਗਲੀਆਂ 'ਚ ਛਿੜੀ ਚਰਚਾ, ਉਹ ਜ਼ੁਲਮ ਸਾਹਮਣੇ। ਅੱਗ ਭੱਬ ਤਾਂ ਪਾਣੀ ਫਿਰ ਖੋਲਿਆ, ਦੇਗੇ 'ਚ ਸਿਦਕ ਬਹਿ ਗਿਆ, ਨਹੀਂ ਉਹ ਡੋਲਿਆ। ਸ਼ਰੇਆਮ ਸਿਦਕ ਗਿਆ ਕੋਇਆ, ਸਹਿਮੇ ਲੋਕੀ ਤੱਕਦੇ ਰਹੇ ਝੂਰ ਦੇ। ਕਿਸੇ ਮਾਂ ਦੀ ਅੰਦਰ ਤਾ ਮਾਰੀ, ਹਾਏ ਵੇ ਤੇਰਾ ਕੱਖ ਨਾ ਰਹੇ ਵੈਰੀ ਜ਼ਾਲਮਾ। ਤੇਰੇ ਤਖਤ ਤੇ ਬਿਜਲੀ ਕੜਕੇ, ਲੀਰੋ ਲੀਰ ਤਾਜ ਹੋ ਜਾਏ ਪਾਪੀ ਰਾਜਿਆ। ਆਰਾ ਚੱਲਦਾ ਸਿਦਕ ਨਹੀਂ ਉਹ ਹੱਲਦਾ, ਜ਼ੁਲਮ ਦੇ ਹੱਥ ਕੰਬ ਗਏ, ਤਖਤ ਡੋਲਿਆ। ਰਾਜਕਰਤਾ ਜਮਾਤ ਵਿੱਚ ਕੁਝ ਲੋਕ ਮਨੁੱਖਤਾ ਪ੍ਰਤੀ ਬੜੇ ਇਮਾਨਦਾਰ ਵੀ ਹੁੰਦੇ ਹਨ, ਪਰ ਚੁੱਪਚਾਪ ਕੰਮ ਕਰਦੇ ਰਹਿੰਦੇ ਹਨ। ਪਰ ਕਈ ਵਾਰ ਕੁਝ ਇਸ ਤਰ੍ਹਾਂ ਦਾ ਅਣਮਨੁੱਖੀ ਵਾਪਰ ਜਾਂਦਾ ਹੈ ਕਿ ਉਹਨਾਂ ਨੂੰ ਫੈਸਲਾ ਲੈਣਾ ਪੈ ਜਾਂਦਾ ਹੈ ਕਿ ਉਹ ਗੁਨਾਹ ਦੇ ਹਿੱਸੇਦਾਰ ਬਣ ਜਾਂ ਅਲੱਗ ਹੋ ਜਾਣ। ਸੁਣੋ ਕੁਝ ਇਸ ਤਰ੍ਹਾਂ ਦੇ ਇੱਕ ਕਿਰਦਾਰ ਨੂੰ। ਓਹੋ, ਸਾਰੀ ਹਵੇਲੀ ਗਾਹ ਮਾਰੀ ਤੇ ਹਜ਼ੂਰ ਇੱਥੇ ਤਸ਼ਰੀਫ ਫਰਮਾ ਨੇ। ਬੇਗਮ, ਮੈਂ ਕੁਝ ਦਿਨਾਂ ਤੋਂ ਬਹੁਤ ਪਰੇਸ਼ਾਨ ਹਾਂ। ਬੇਗਮ, ਅੱਜ ਮੈਂ ਤਨਹਾਈ ਚਾਹੁੰਦਾ ਹਾਂ, ਮੁਕੰਮਲ ਤਨਹਾਈ। ਕੀ ਹਜ਼ੂਰ ਇਸ ਕਨੀਜ਼ ਨੂੰ ਆਪਣੀ ਪਰੇਸ਼ਾਨੀ ਦਾ ਰਾਜਦਾਰ ਨਹੀਂ ਬਣਾਉਣਗੇ? ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿਹੜੀ ਪਰੇਸ਼ਾਨੀ ਹੈ ਜਿਹੜੀ ਮੇਰੇ ਹਜ਼ੂਰ ਨੂੰ ਪਰੇਸ਼ਾਨ ਕਰ ਰਹੀ ਹੈ। ਬੇਗਮ, ਅੱਜ ਕੱਲ੍ਹ ਇੱਕ ਫਕੀਰ ਮੇਰੀ ਹਿਰਾਸਤ ਵਿੱਚ ਹੈ। ਯਾ ਅੱਲਾ, ਫਕੀਰ ਔਰ ਤੁਹਾਡੀ ਹਿਰਾਸਤ 'ਚ? ਹਾਂ ਬੇਗਮ, ਉਸਨੇ ਕੀ ਕਸੂਰ ਕੀਤਾ ਹੈ? ਬਗਾਵਤ, ਬਾਦਸ਼ਾਹ ਦੇ ਖਿਲਾਫ ਬਗਾਵਤ ਕੀਤੀ ਹੈ ਉਸਨੇ। ਫਿਰ ਤਾਂ ਉਸਦੇ ਨਾਲ ਹੋਰ ਵੀ ਕਈ ਸਿਪਾਹ ਸਲਾਰ ਫੜੇ ਗਏ ਹੋਣਗੇ। ਹਾਂ, 3 ਹੋਰ ਹਨ, ਪਰ ਸਾਰੇ ਹੀ ਬਿਨਾਂ ਹਥਿਆਰਾਂ ਦੇ। ਬਿਨਾਂ ਹਥਿਆਰਾਂ ਦੇ? ਹਾਂ, ਇਹਨਾਂ ਚਾਰਾਂ ਨੇ ਹੱਕ ਸੱਚ ਦਾ ਝੰਡਾ ਉਠਾ ਕੇ ਝੂਠ ਦੀ ਬਾਦਸ਼ਾਹਤ ਤੇ ਹਮਲਾ ਕੀਤਾ ਹੈ। ਝੂਠ ਦੀ ਬਾਦਸ਼ਾਹਤ? ਮੇਰੇ ਆਕਾ, ਤੁਸੀਂ ਆਪਣੇ ਬਾਦਸ਼ਾਹ ਤੇ ਇਲਜ਼ਾਮ ਲਗਾ ਰਹੇ ਹੋ। ਇਲਜ਼ਾਮ ਨਹੀਂ, ਸੱਚ ਬੋਲ ਰਿਹਾ ਹਾਂ। ਇਹਨਾਂ ਦੀ ਬਗਾਵਤ ਨਹੀਂ ਤਾਂ ਸਾਬਤ ਕੀਤਾ ਹੈ ਕਿ ਝੂਠ ਦੀ ਬਾਦਸ਼ਾਹਤ ਹੈ। ਲਾਹੌਲ ਵਿਲਾ ਕੁਵਤ, ਇਹ ਤੁਸੀਂ ਕੀ ਕਹੀ ਜਾ ਰਹੇ ਹੋ? ਜੇ ਕਿਸੇ ਸੁਣ ਲਿਆ? ਲੇਕਿਨ ਜੇ ਮੈਂ ਨਾ ਸੁਣਾਇਆ ਤਾਂ ਮੇਰੀ ਪਰੇਸ਼ਾਨੀ ਦੂਰ ਨਹੀਂ ਹੋ ਸਕਦੀ। ਔਰ ਜੇ ਸੁਣਾ ਦਿੱਤਾ ਤਾਂ? ਹਾਂ ਹਾਂ, ਬੋਲ ਬੋਲ, ਤੂੰ ਠੀਕ ਕਹਿ ਰਹੀ ਹੈ। ਜੇ ਸੁਣਾ ਦਿੱਤਾ ਤਾਂ ਸਣੇ ਬੱਚੇ ਕੋਲੂ ਪੜਵਾ ਦਿੱਤਾ ਜਾਵਾਂਗਾ, ਇਕੱਲਾ ਤਾਂ ਸਜ਼ਾ ਪਾਵਾਂਗਾ ਹੀ। ਕਿ ਹੁਣ ਵੀ ਤੂੰ ਮੇਰੀ ਪਰੇਸ਼ਾਨੀ ਨੂੰ ਨਹੀਂ ਬਣਾਏਗੀ? ਬੰਦੀ ਆਪ ਦਾ ਦੁੱਖ ਸਮਝਦੀ ਹੈ ਮੇਰੇ ਆਕਾ, ਪਰ ਮੈਂ ਕੀ ਕਰ ਸਕਦੀ ਹਾਂ? ਤੂੰ ਬੱਚਿਆਂ ਸਮੇਤ ਅਫਗਾਨਿਸਤਾਨ ਆਪਣੇ ਪੇਕੇ ਚਲੀ ਜਾ, ਹੁਣੇ ਹੀ, ਇਸੇ ਵਕਤ। ਇਹ ਤੁਸੀਂ ਕੀ ਕਹਿ ਰਹੇ ਹੋ ਮੇਰੇ ਆਕਾ? ਮੈਂ ਤੁਹਾਡੇ ਬਗੈਰ? ਬੇਗਮ, ਹੁਣ ਸੋਚਣ ਦਾ ਵਕਤ ਨਹੀਂ। ਮੈਂ ਜ਼ਮੀਰ ਨਹੀਂ ਮਾਰ ਸਕਦਾ। ਮੈਂ ਉਸ ਦਰਵੇਸ਼ ਨੂੰ ਹੋਰ ਤਸੀਹੇ ਨਹੀਂ ਦੇ ਸਕਦਾ। ਮੈਂ ਉਸ ਦੇ ਕਤਲ 'ਚ ਸ਼ਰੀਕ ਨਹੀਂ ਹੋ ਸਕਦਾ।
ਤੇ ਇਸ ਨਾਫਰਮਾਨੀ ਲਈ ਮੈਨੂੰ ਕੋਈ ਵੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਮੈਂ ਅਖਲਾਕੀ ਤੌਰ ਤੇ ਇਸ ਲਈ ਤਿਆਰ ਵੀ ਹਾਂ। ਸਿਰਫ ਪਰੇਸ਼ਾਨੀ ਇਹੋ ਹੈ ਕਿ ਤੂੰ ਅਤੇ ਬੱਚੇ ਮੇਰੀ ਸਜ਼ਾ ਕਿਉਂ ਭੁਗਤਣ। ਵੇਖ, ਤੂੰ ਵਾਅਦਾ ਕੀਤਾ ਸੀ, ਮੈਂ ਤੈਨੂੰ ਪਰੇਸ਼ਾਨੀ ਵੀ ਦੱਸ ਦਿੱਤੀ ਹੈ ਅਤੇ ਇਸ ਨੂੰ ਦੂਰ ਕਰਨ ਦਾ ਹੱਲ ਵੀ। ਬੇਗਮ ਰੋਣਾ ਹਾਂ ਹਾਂ ਕਰ ਦਿੱਤੀ। ਸ਼ੁਕਰੀਆ ਬੇਗਮ, ਤੂੰ ਹਾਂ ਕਰਕੇ ਵਾਕਈ ਮੇਰੇ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ ਹੈ। ਮੇਰਾ ਖਿਆਲ ਹੈ ਬਹੁਤਾ ਖੰਡਾਰਾ ਪਾਉਣ ਤੋਂ ਬਿਨਾਂ ਹੀ ਨਟ ਦੇ ਬਾਰੇ ਪਹਿਲਾਂ ਹੀ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ। ਜੋ ਕੁਝ ਕਸਰ ਬਾਕੀ ਹੈ ਤਾਂ ਇਹ ਅੰਤਮ ਝਾਕੀ ਕਹਿ ਦੇਵੇਗੀ। ਸੋ ਪੇਸ਼ ਹੈ ਆਖਰੀ ਝਾਕੀ। ਸੁਣੋ ਲੋਕ ਖੁਦਾ ਦਾ ਹੁਕਮ, ਸ਼ਹਿਨशाह ਦਾ, ਆਲਮਗੀਰ ਦਾ ਫਰਮਾਨ, ਸਾਰੇ ਸੁਣੋ ਨਾਲ ਧਿਆਨ। ਹਰ ਆਮ ਅਤੇ ਖਾਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਕਾਫਰਾਂ ਦੇ ਪੀਰ ਤੇਗ ਬਹਾਦਰ, ਜਿਸ ਦੇ ਖਿਲਾਫ ਮਜ਼ਹਬ ਮਿਲਤ ਤੋਂ ਇਲਾਵਾ ਬਾਦਸ਼ਾਹ ਸਲਾਮਤ ਦੇ ਖਿਲਾਫ ਲੋਕਾਂ ਨੂੰ ਬਗਾਵਤ ਲਈ ਉਕਸਾਉਣ ਦਾ ਵੀ ਜੁਰਮ ਹੈ, ਉਸ ਨੂੰ ਬਾਦਸ਼ਾਹ ਸਲਾਮਤ ਦੇ ਹੁਕਮ ਨਾਲ ਕੱਲ ਸਵੇਰ ਕੇ ਵਕਤ ਚਾਂਦਨੀ ਚੌਕ ਵਿੱਚ ਕੋਤਵਾਲੀ ਦੇ ਸਾਹਮਣੇ ਸ਼ਰੇਆਮ ਸਜ਼ਾਏ ਮੌਤ ਦਿੱਤੀ ਜਾਵੇਗੀ। ਮੈਂ ਤੈਨੂੰ ਇਹ ਨਹੀਂ ਸੀ ਕਿਹਾ ਕਿ ਤੂੰ ਮੈਨੂੰ ਇਹ ਤਮਾਸ਼ਾ ਕਰਕੇ ਵਿਖਾਵੇਂ। ਹਜ਼ੂਰ ਮੌਕੇ ਦੀ ਤਫਤੀਸ਼ ਕਰਨਾ ਚਾਹੁੰਦੇ ਸਨ। ਹਾਂ ਹਾਂ, ਲੇਕਿਨ ਮੌਕੇ ਦੀ ਤਫਤੀਸ਼ ਦਾ ਮਤਲਬ ਇਹ ਨਹੀਂ ਕਿ ਤੂੰ ਮੈਨੂੰ ਇਹ ਦਿਖਾਵੇਂ ਕਿ ਉਸ ਸਮੇਂ ਕੌਣ ਕਿੱਥੇ ਖੜਾ ਸੀ। ਮੈਂ ਸਿਰਫ ਇਹ ਜਾਣਨਾ ਚਾਹੁੰਦਾ ਹਾਂ ਕਿ ਕਤਲ ਤੋਂ ਬਾਅਦ ਲਾਸ਼ ਕਿੱਥੇ ਗਈ। ਹੈਰਾਨੀ ਦੀ ਗੱਲ ਨਹੀਂ ਕਿ ਚੱਪੇ ਚੱਪੇ ਤੇ ਸ਼ਾਹੀ ਪਿਆਦੇ ਖੜੇ ਹੋਣ, ਅਹਿਲਕਾਰ ਮੌਜੂਦ ਹੋਣ ਔਰ ਸਾਡਾ ਬਹਾਦਰ ਅਹਿਲਕਾਰ ਕੋਤਵਾਲ ਮਾਮਲੇ ਦੀ ਪੈਰਵਾਈ ਕਰ ਰਿਹਾ ਹੋਵੇ ਔਰ ਲਾਸ਼ ਗਾਇਬ ਹੋ ਜਾਏ। ਹਜ਼ੂਰ, ਕਤਲ ਦੇ ਫੌਰਨ ਬਾਅਦ ਭਾਰੀ ਤੂਫਾਨ ਝੁੱਲਿਆ ਸੀ। ਮੌਲਾਨਾ ਜੀ, ਆਪ ਦੇ ਕਹਿਣ ਦਾ ਮਤਲਬ ਹੈ ਕਿ ਉਹ ਲਾਸ਼ ਉਡਾ ਕੇ ਲੈ ਗਿਆ। ਕਰਾਮਾਤ ਹੀ ਹੋ ਗਈ ਹਜ਼ੂਰ। ਕਰਾਮਾਤ। ਮੌਲਾਨਾ ਸਾਹਿਬ, ਕੌਣ ਮੰਨੇਗਾ ਇਸ ਗੱਲ ਨੂੰ ਕਿ ਤੁਸੀਂ ਬਾਦਸ਼ਾਹ ਸਲਾਮਤ ਦੇ ਸਾਹਮਣੇ ਕਹੋਗੇ ਕਿ ਕਰਾਮਾਤ ਹੋ ਗਈ? ਨਹੀਂ, ਤੁਸੀਂ ਨਹੀਂ ਕਹਿ ਸਕਦੇ, ਕਿਉਂਕਿ ਬਾਦਸ਼ਾਹ ਸਲਾਮਤ ਕਰਾਮਾਤਾਂ ਵਿੱਚ ਯਕੀਨ ਨਹੀਂ ਰੱਖਦੇ ਔਰ ਤੁਸੀਂ ਆਪਣੇ ਸਿਰ ਦੀ ਸਲਾਮਤੀ ਚਾਹੋਗੇ। ਕੌਣ ਮੰਨੇਗਾ ਇਸ ਕੁਫਰ ਨੂੰ? ਕੋਤਵਾਲ, ਮੈਂ ਤੈਨੂੰ ਪੁੱਛ ਰਿਹਾ, ਤੂੰ ਬੋਲਦਾ ਕਿਉਂ ਨਹੀਂ? ਹਨੇਰੀ ਕਾਲੀ ਬੋਲੀ ਸੀ, ਬਿਲਕੁਲ ਹਨੇਰਾ ਪਸਰ ਗਿਆ ਸੀ, ਕੁਝ ਵੀ ਵਿਖਾਈ ਨਹੀਂ ਸੀ ਦਿੰਦਾ। ਕਿਸੇ ਨੇ ਹਨੇਰੇ ਦਾ ਫਾਇਦਾ ਤੂੰ ਉਠਾ ਕੇ ਬਾਦਸ਼ਾਹ ਸਲਾਮਤ ਨੂੰ ਸਭ ਕੁਝ ਦੱਸ ਕੇ ਯਕੀਨ ਦਵਾ ਸਕਦਾ ਹੈ? ਬਾਦਸ਼ਾਹ ਸਲਾਮਤ ਤੇਰੀ ਇਸ ਕੁਫਰ ਨੂੰ ਸੁਣਨ ਲਈ ਤਿਆਰ ਹੋਣਗੇ? ਕੋਈ ਮੰਨ ਸਕਦਾ ਹੈ ਕਿ ਹਨੇਰੀ ਪਹਿਰਾ ਦੇਣ ਵਾਲਿਆਂ ਦੀਆਂ ਅੱਖਾਂ ਮੀਟ ਦੇਵੇ ਔਰ ਲਾਸ਼ ਚੁੱਕਣ ਵਾਲਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਣ? ਉਹ ਮੇਰੇ ਖੁਦਾ, ਬਾਦਸ਼ਾਹ ਸਲਾਮਤ ਨੂੰ ਮੈਂ ਤਾਂ ਮੂੰਹ ਖਾਣ ਜੋ ਕਰ ਰਿਹਾ। ਕਿਸ ਦੀ ਜ਼ਰੂਰਤ ਹੈ ਕਿ ਇੱਕ ਬਾਗੀ ਦੀ ਲਾਸ਼ ਦਿਨ ਦਿਹਾੜੇ ਅਹਿਲਕਾਰਾਂ ਔਰ ਸਿਪੇ ਸਲਾਰਾਂ ਦੀ ਮੌਜੂਦਗੀ ਚੁੱਕ ਕੇ ਲੈ ਜਾਵੇ? ਸ਼ਰੇਆਮ ਸਜ਼ਾ ਇਸ ਲਈ ਦਿੱਤੀ ਜਾਂਦੀ ਹੈ ਕਿ ਲੋਕ ਬਾਦਸ਼ਾਹ ਤੋਂ, ਉਸਦੇ ਕਾਨੂੰਨ ਤੋਂ ਔਰ ਹੁਕੂਮਤ ਤੋਂ ਡਰਨ। ਔਰ ਕਤਲ ਤੋਂ ਬਾਅਦ ਲਾਸ਼ ਦੇ ਟੋਟੇ ਕਰਕੇ ਇਸ ਲਈ ਸ਼ਹਿਰ ਦੇ ਦਰਵਾਜ਼ੇ ਤੇ ਲਟਕਾਏ ਜਾਂਦੇ ਨੇ ਕਿ ਦਹਿਸ਼ਤ ਦਾ ਅਮਲ ਹੋਰ ਤੇਜ਼ ਹੋਵੇ। ਆਉਂਦੇ ਜਾਂਦੇ ਲੋਕ ਲਾਸ਼ ਦੀ ਬਦਬੂ ਸੁੰਘਣ ਤਾਂ ਕਿ ਉਹਨਾਂ ਦੇ ਤੁਰੰਤ ਦਰ ਜ਼ੁਰਤ ਦਾ ਕੀੜਾ ਮਰ ਜਾਵੇ ਔਰ ਪੁਸ਼ਤਾਂ ਤੱਕ ਪਨਪ ਨਾ ਸਕੇ। ਲੇਕਿਨ ਮੈਂ ਇਸ ਜ਼ਰੂਰਤ ਦਾ ਕੀ ਕਰਾਂ ਜੋ ਕਤਲ ਤੋਂ ਫੌਰਨ ਬਾਅਦ ਪੈਦਾ ਹੋ ਗਈ? ਮੈਂ ਕਿਸ ਦੀ ਲਾਸ਼ ਦੇ ਟੋਟੇ ਸ਼ਹਿਰ ਦੇ ਦਰਵਾਜ਼ੇ ਤੇ ਲਟਕਾਵਾਂ, ਤੇਰੀ ਦੇ ਜਾਂ ਆਪਣੀ ਦੇ? ਮੌਲਾਨਾ ਜੀ, ਕਿ ਆਪ ਨੂੰ ਪੱਕਾ ਯਕੀਨ ਹੈ ਕਿ ਜੋ ਸ਼ਖਸ ਕਤਲ ਕੀਤਾ ਗਿਆ ਉਹ ਸੀ ਜਿਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ? ਹਜ਼ੂਰ, ਕੋਤਵਾਲ ਦੇ ਕਹਿਣ ਮੁਤਾਬਕ ਉਹੀ ਬੰਦਾ ਕਤਲ ਕੀਤਾ ਗਿਆ ਜੋ ਸਜ਼ਾ ਦਾ ਹੱਕਦਾਰ ਸੀ। ਆਪ ਨੂੰ ਕੋਈ ਸ਼ੱਕ ਹੈ ਕਿ ਖਾਮੋਸ਼, ਮੈਂ ਮੌਕੇ ਦੀ ਤਫਤੀਸ਼ ਕਰ ਰਿਹਾ। ਜੀ ਮੌਲਾਨਾ ਜੀ, ਕਿ ਪਹਿਲਾਂ ਤੁਸੀਂ ਉਹ ਬੰਦਾ ਕਦੀ ਦੇਖਿਆ ਸੀ? ਦੇਖਿਆ ਸੀ ਹਜ਼ੂਰ, ਲੇਕਿਨ ਮੈਂ ਤਾਂ ਸਜ਼ਾ ਤੋਂ ਪਹਿਲਾਂ ਹਰ ਸ਼ਖਸ ਦੇ ਗੁਨਾਹਾਂ ਦੀ ਦੁਆ ਕਰਨੀ ਹੀ ਹੁੰਦੀ ਹੈ। ਕੋਈ ਸਜ਼ਾ ਦਾ ਹੱਕਦਾਰ ਹੈ ਜਾਂ ਨਹੀਂ, ਇਸ ਬਾਰੇ ਮੈਨੂੰ ਕੀ ਪਤਾ ਹਜ਼ੂਰ। ਜਲਾਦ ਸੈयद ਅਹਿਮਦ ਸ਼ਾਹ, ਤੂੰ ਆਪਣੀ ਤਲਵਾਰ ਨਾਲ ਜਿਸ ਬੰਦੇ ਦਾ ਸਿਰ ਕੱਟਿਆ ਸੀ, ਕੀ ਉਹ ਸ਼ਖਸ ਸੀ ਜਿਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ? ਹਜ਼ੂਰ, ਮੈਨੂੰ ਇਸ ਗੱਲ ਦਾ ਕੀ ਪਤਾ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਜਾਂ ਨਹੀਂ। ਮੈਂ ਤਾਂ ਹੁਕਮ ਦਾ ਬੰਦਾ ਹਾਂ, ਬਸ ਹੁਕਮ ਹੋਇਆ ਨਹੀਂ ਔਰ ਸਿਰ ਧੜ ਤੋਂ ਜੁਦਾ। ਕੋਤਵਾਲ, ਤੂੰ ਹੀ ਦੱਸ ਕਿ ਉਹ ਬੰਦਾ ਕਤਲ ਕੀਤਾ ਹੈ ਜਿਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ? ਨਹੀਂ। ਕੀ ਮਤਲਬ?
ਤਾਂ ਕਿ ਕੋਈ ਹੋਰ ਸ਼ਖਸ ਉਸ ਦੀ ਥਾਂ ਕਤਲ ਕਰ ਦਿੱਤਾ ਗਿਆ? ਇੱਕ ਬੰਦਾ ਕਤਲ ਕੀਤਾ ਗਿਆ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਜਾਂ ਨਹੀਂ, ਇਹ ਮੈਂ ਨਹੀਂ ਕਹਿ ਸਕਦਾ। ਮੇਰੀ ਪਰੇਸ਼ਾਨੀ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਨਾ ਕਰ। ਮੇਰੇ ਕਹਿਣ ਦਾ ਮਤਲਬ ਸਾਫ਼ ਹੈ ਕਿ ਉਸੇ ਸ਼ਖਸ ਨੂੰ ਸਜ਼ਾ ਦਿੱਤੀ ਗਈ ਜਿਸ ਨੂੰ ਕਾਜ਼ੀ ਅਬਦੁਲ ਉਲ ਬਹਾ ਬੋਰਾ ਦੀ ਅਦਾਲਤ ਨੇ ਕਤਲ ਦਾ ਹੁਕਮ ਦਿੱਤਾ ਸੀ। ਉਸ ਦਿਨ ਹਜ਼ੂਰ ਫਰਮਾ ਰਹੇ ਸਨ ਕਿ ਬਾਦਸ਼ਾਹ ਸਲਾਮਤ ਦਾ ਉਹ ਹੁਕਮ ਕਿਸੇ ਦਾ ਵੀ ਹੋਵੇ, ਫੈਸਲਾ ਤਾਂ ਅਦਾਲਤ ਹੀ ਕਰਦੀ ਹੈ ਨਾ। ਬਹਿਸ ਮਤ ਕਰੋ। ਤੂੰ ਮੁਕੱਦਸ ਕਿਤਾਬ ਦੀ ਕਸਮ ਖਾ ਕੇ ਬੋਲ ਕਿ ਉਸ ਸ਼ਖਸ ਨੂੰ ਕਤਲ ਕੀਤਾ ਗਿਆ ਜਿਸ ਨੂੰ ਕਾਜ਼ੀ ਅਬਦੁਲ ਉਲ ਬਹਾ ਬੋਰਾ ਦੀ ਅਦਾਲਤ ਨੇ ਕਤਲ ਦਾ ਹੁਕਮ ਦਿੱਤਾ ਸੀ। ਮੈਂ ਮੁਕੱਦਸ ਕਿਤਾਬ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਜਿਸ ਨੂੰ ਕਤਲ ਕੀਤਾ ਗਿਆ ਹੈ ਇਹ ਉਹ ਸ਼ਖਸ ਸੀ ਜਿਸ ਨੂੰ ਕਾਜੀ ਅਬਦੁਲ ਉਲ ਵਹਾਬ ਬੋਰਾ ਨੇ ਮਜ਼ਹਬ, ਮਿਲਤ ਔਰ ਬਾਦਸ਼ਾਹ ਸਲਾਮਤ ਦੇ ਖਿਲਾਫ ਬਗਾਵਤ ਉਕਸਾਉਣ ਬਦਲੇ ਸਜ਼ਾ ਦਾ ਹੁਕਮ ਦਿੱਤਾ ਸੀ। ਜਾਨੀ ਕਿ ਤੇਗ ਬਹਾਦਰ? ਹਾਂ, ਪੀਰ ਤੇਗ ਬਹਾਦਰ। ਲੇਕਿਨ ਇਸ ਤੱਕ ਕੋਈ ਸਬੂਤ? ਕੀ ਤੁਹਾਨੂੰ ਆਪਣੇ ਆਪ ਉੱਪਰ ਯਕੀਨ ਨਹੀਂ ਰਿਹਾ? ਹਰ ਵਾਰ ਤੁਸੀਂ ਉਸ ਨੂੰ ਆਪਣੇ ਹੱਥੀਂ ਕਤਲ ਕੀਤਾ ਹੈ। ਹਰ ਵਾਰ ਤੁਸੀਂ ਉਸ ਨੂੰ ਟੋਟੇ-ਟੋਟੇ ਕਰਕੇ ਸ਼ਹਿਰ ਦੇ ਦਰਵਾਜ਼ਿਆਂ ਤੇ ਲਟਕਾਇਆ ਹੈ, ਚੁਰਾਹਿਆਂ ਵਿੱਚ ਗੱਡਿਆ ਜਾਂ ਗਿਰਜਾਂ, ਕਾਵਾਂ, ਕੁੱਤਿਆਂ ਤੋਂ ਤੜਵਾਉਣ ਲਈ ਸੁੱਟ ਦਿੱਤਾ ਗਿਆ ਹੈ। ਲੇਕਿਨ ਫਿਰ ਵੀ ਇਹੋ ਸਵਾਲ ਖੜਾ ਰਿਹਾ ਹੈ ਕਿ ਉਹ ਕਤਲ ਹੋਇਆ ਹੈ ਜਾਂ ਨਹੀਂ। ਕਿ ਇਸ ਵਾਰ ਲਾਸ਼ ਤੋਂ ਬਿਨਾਂ ਨਹੀਂ ਸਾਰ ਸਕਦੇ? ਉਹ ਕਦੀ ਕਤਲ ਨਹੀਂ ਹੁੰਦਾ। ਤੁਸੀਂ ਉਸ ਨੂੰ ਕਦੇ ਕਤਲ ਕਰ ਹੀ ਨਹੀਂ ਸਕਦੇ। ਓਹ, ਹਨੇਰੇ ਵਿੱਚ ਬੈਠੇ ਲੋਕੋ, ਤੁਸਾਂ ਆਪਣੀ ਅੱਖੀ ਵੇਖਿਆ, ਨਾਲੇ ਸੁਣਿਆ ਸਾਡੀ ਜ਼ੁਬਾਨੀ। ਸੂਰਜ ਤੋਂ ਐ ਵਿਰਵੇ ਲੋਕੋ, ਸੂਰਜ ਦੇ ਲੱਭਣ ਤੋਂ ਲੈ ਕੇ ਸੂਰਜ ਖੋਣ ਦੀ ਇੱਕ ਕਹਾਣੀ। ਸੂਰਜ ਕਦੀ ਕਤਲ ਨਹੀਂ ਹੁੰਦਾ। ਆਪਣੇ ਯੁੱਗ ਦਾ ਨੂਰ ਪਛਾਣੋ, ਆਪਣੇ ਯੁੱਗ ਦਾ ਹਨੇਰਾ ਹੁੰਜੋ, ਆਪਣੇ ਯੁੱਗ ਦਾ ਚਾਨਣ ਮਾਣੋ। ਸੂਰਜ ਕਦੀ ਕਤਲ ਨਹੀਂ ਹੁੰਦਾ। ਸੂਰਜ ਕਦੀ ਕਤਲ ਨਹੀਂ ਹੁੰਦਾ। ਸੂਰਜ ਕਦੀ ਕਤਲ ਨਹੀਂ ਹੁੰਦਾ। ਸ਼ੁਕਰੀਆ।